ਤੁਸੀਂ ਕਹਿ ਰਹੇ ਹੋ ਕਿ 2019 ਦਾ ਇਹ ਸੁਸਾਈਡ ਨੋਟ ਹੈ ਜਿਹੜਾ ਕਿ ਲਵਪ੍ਰੀਤ ਨੇ ਆਪਣੇ ਹੱਥੀਂ ਲਿਖਿਆ ਤੇ ਇਸ ਦੀ ਤਸਵੀਰ ਖਿੱਚ ਕੇ ਬੇਅੰਤ ਨੂੰ WhatsApp ਤੇ ਭੇਜ ਦਿੱਤੀ ਤੇ ਉਸ ਤੋਂ ਬਾਅਦ ਬੇਅੰਤ ਨੇ ਅਪੀਲ ਕੀਤੀ ਆਪਣੀ ਨਨਾਣ ਨੂੰ ਕਿ ਘਰੇ ਜਾ ਕੇ ਦੱਸੋ ਕਿ ਲਵਪ੍ਰੀਤ ਦੀ ਮਾਨਸਿਕ ਸਥਿਤੀ ਇਸ ਵੇਲੇ ਇਹ ਹੈ, ਉਹ ਕੁਝ ਕਰ ਸਕਦਾ ਹੈ ਤਾਂ ਉਸ ਨੂੰ ਬਚਾ ਲਓ। ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਡਿਪਰੈਸ਼ਨ ਦੇ ਵਿੱਚ ਸੀਗਾ? ਤੁਹਾਨੂੰ ਲਵਪ੍ਰੀਤ ਦੇ ਨਾਲ ਜੋ ਹੋਇਆ ਬੇਅੰਤ ਤੇ ਇਲਜ਼ਾਮ ਲੱਗ ਰਹੇ ਨੇ, ਤਾਂ ਬੇਅੰਤ ਦੇ ਮਾਤਾ-ਪਿਤਾ ਇਨੋਸੈਂਟ ਕਿਉਂ ਲੱਗ ਰਹੇ ਨੇ? ਜੋ ਲੜਕੀ ਉਦੋਂ ਬਾਲਗ ਨਹੀਂ ਸੀ ਹੋਈ ਜਦੋਂ ਲੜਕੀ ਨੇ ਆਈਲੈਟਸ ਕੀਤੀ। ਉਹਨੇ ਬਾਹਰ ਕੈਨੇਡਾ ਜਾਣਾ ਸੀ ਪੜ੍ਹਾਈ ਲਈ, ਉਹਦੀ ਮੈਰਿਜ ਕਰਤੀ ਗਈ ਲੜਕੀ ਦੀ ਮੈਰਿਜ ਤੋਂ ਬਾਅਦ ਆਪਣੇ 10-11 ਦਿਨ ਸਹੁਰੇ ਕਰ ਰਹੀ ਤੇ ਉਹਦਾ ਸਾਰਾ ਪਰਿਵਾਰ ਹੀ ਉਹਨੂੰ 에ਅਰਪੋਰਟ ਤੇ ਦਿੱਲੀ ਚਲਾ ਕੇ ਆਇਆ। ਲੜਕੀ ਜਦੋਂ ਚਲੀ ਗਈ ਤਾਂ ਲੜਕੀ ਦੇ ਜਾਣ ਤੋਂ 1 ਮਹੀਨਾ ਬਾਅਦ ਹੀ ਜਿਹੜਾ ਉਹਦਾ ਹਸਬੈਂਡ ਹੈਗਾ ਡਿਸੀਜ਼ ਦੇ ਵਿੱਚ ਹੈਗਾ ਲਵਪ੍ਰੀਤ, ਤਾਂ ਉਹਨੇ ਉਹਨੂੰ ਉਹਦੇ WhatsApp ਦੇ ਉੱਪਰ ਇੱਕ ਆਪਣੇ ਹੱਥ ਦੀ ਲਿਖੀ ਹੋਈ ਚਿੱਠੀ ਉਹਨੂੰ ਲਿਖੀ, ਜਿਹਦੇ 'ਚ ਉਹਨੇ ਕਿਹਾ ਵੀ ਮੈਂ ਮੇਰੇ ਕੁਝ ਪਰਸਨਲ ਰੀਜ਼ਨਸ ਕਰਕੇ ਮੈਂ ਜੀਣਾ ਨਹੀਂ ਚਾਹੁੰਦਾ, ਮੈਂ ਮਰਨਾ ਚਾਹੁੰਦਾ, ਮੈਂ ਬੇਅੰਤ ਨੂੰ ਬਹੁਤ ਪਿਆਰ ਕਰਦਾ, ਮੇਰੀ ਰਾਣੀ ਹੈ ਇਹ, ਇਹਦਾ ਕੋਈ ਕਸੂਰ ਨਹੀਂ, ਇਹਦੇ ਉੱਪਰ ਕੋਈ ਇਲਜ਼ਾਮ ਨਾ ਲਗਾਇਆ ਜਾਵੇ, ਇਸ ਤਰ੍ਹਾਂ ਦਾ ਕੁਝ ਲਿਖ ਕੇ ਉਹਨੇ ਭੇਜਿਆ। ਅਗਰ ਲੜਕੀ ਵੱਲੋਂ ਲਾਡੀ ਨੂੰ, ਉਹਦੇ ਹਸਬੈਂਡ ਨੂੰ ਲੜਕੀ ਵੱਲੋਂ ਉਹਦੇ ਪੇਰੈਂਟਸ ਵੱਲੋਂ ਪਰੇਸ਼ਾਨ ਕੀਤਾ ਗਿਆ ਹੁੰਦਾ, ਕੋਈ ਬਲੈਕਮੇਲ ਕੀਤਾ ਗਿਆ ਹੁੰਦਾ, ਕੋਈ ਮੈਂਟਲ ਟੌਰਚਰ ਕੀਤਾ ਗਿਆ ਹੁੰਦਾ, ਤਾਂ ਉਹ ਇਹ ਕਹਿ ਸਕਦੇ ਸੀ ਵੀ ਉਹਨਾਂ ਦਾ ਐਲੀਗੇਸ਼ਨ ਇਹ ਹੈ ਵੀ ਅਸੀਂ ਪੈਸੇ ਲਗਾਏ। ਤਾਂ ਫਿਰ ਉਹ ਇੱਕ ਚੀਟਿੰਗ ਦਾ ਕਿਸੇ SSP ਕੋਲੇ, ਡਿਪਟੀ ਕਮਿਸ਼ਨਰ ਕੋਲੇ, ਕਿਸੇ ਵਿਮਨ ਕਮਿਸ਼ਨ ਕੋਲੇ ਕਿਤੇ ਵੀ ਜਾ ਕੇ ਉਹ ਐਪਲੀਕੇਸ਼ਨ ਪਾ ਸਕਦੇ ਸੀ, ਹਿਊਮਨ ਰਾਈਟਸ ਪਾ ਸਕਦੇ ਸੀ ਵੀ ਸਾਡੇ ਨਾਲ ਚੀਟਿੰਗ ਹੋ ਗਈ ਜੀ, ਲੜਕੀ ਨੇ ਚੀਟਿੰਗ ਕੀਤੀ ਹੈ। ਅੱਜ ਤੱਕ ਕੋਈ ਕੰਪਲੇਂਟ ਹੀ ਨਹੀਂ ਉਹਦੇ ਖਿਲਾਫ। ਲਾਡੀ ਨੇ ਇੱਕ ਮੈਸੇਜ ਕੀਤਾ ਹੋਇਆ ਸੀ ਕਿ ਮੈਂ ਇੱਕ ਬੜਾ ਵੱਡਾ ਕਦਮ ਚੁੱਕਣ ਜਾ ਰਿਹਾ ਜੋ ਸ਼ਾਇਦ ਮੈਨੂੰ ਨਹੀਂ ਚੁੱਕਣਾ ਚਾਹੀਦਾ, ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ। ਤਾਂ ਬੇਅੰਤ ਦਾ ਅੱਗੋਂ ਜਿਹੜਾ ਰਿਪਲਾਈ ਹੈ ਉਹ ਅਜੀਬ ਜਿਹਾ ਸੀ, ਉਹਨੇ ਸਿਰਫ ਥੰਬ ਭੇਜਿਆ ਹੋਇਆ ਸੀ। ਕਿਉਂਕਿ ਉਹਨੂੰ ਜਦੋਂ ਵੀ ਕੋਈ ਪਤਾ ਲੱਗਦਾ ਸੀ ਗੱਲ ਤਾਂ ਇਮੀਡੀਏਟਲੀ ਆਪਣੇ ਜਿਹੜੇ ਇਨ-ਲॉज ਫੈਮਿਲੀ ਨੂੰ ਉਹ ਆਪਣੀ ਨਨਾਣ ਨੂੰ ਦੱਸਦੀ ਸੀ। ਉਹ ਜਾ ਕੇ ਇਹਦੇ ਬਾਰੇ ਪੰਚਾਇਤਾਂ ਵੀ ਹੋਈਆਂ, ਗੱਲਬਾਤ ਵੀ ਹੁੰਦੀ ਰਹੀ। ਤਾਂ ਉਹ ਲੜਕੀ ਪੜ੍ਹਨ ਵਾਲੀ ਲੜਕੀ ਹੈ, ਗਈ ਉੱਥੇ ਲੋਕਡਾਊਨ ਲੱਗ ਗਿਆ, ਉਹ ਤੋਂ ਆਪਣਾ ਰੈਂਟ ਨਹੀਂ ਸੀ ਦਿੱਤਾ ਜਾ ਰਿਹਾ, ਫੀਸ ਨਹੀਂ ਸੀ ਦਿੱਤੀ ਜਾ ਰਹੀ ਉਦੋਂ ਆਪਣੀ ਲੜਕੀ ਤੋਂ। ਉਹ 24 ਘੰਟੇ ਆਪਣੇ ਕੰਮਕਾਜ 'ਚ ਬਿਜ਼ੀ ਹੈ ਤੇ ਕਿ ਉਹ ਇਹਦੇ ਨਾਲ ਫਜ਼ੂਲ ਦੀ ਗੱਲਾਂ ਕਰਦੀ ਰਹੇ। ਲਾਡੀ ਨੇ ਕੋਈ ਇਹ ਗੱਲ ਕਹਿੰਦੇ ਨੇ ਵੀ ਸੁਸਾਈਡ ਕਰ ਲਿਆ, ਮਰਨ ਲਈ ਮਜਬੂਰ ਹੋ ਗਿਆ। ਤਾਂ ਲਾਡੀ ਤਾਂ ਉਸ ਤੋਂ ਮਰਨ ਤੋਂ ਪਹਿਲਾਂ ਵੀ ਤਾਂ ਕੁਝ ਲਿਖ ਸਕਦਾ ਸੀ, ਆਪਣੇ ਮੋਬਾਈਲ ਫੋਨ ਦੇ, ਕਿਤੇ ਸੋਸ਼ਲ ਮੀਡੀਆ ਦੇ ਕੁਝ ਵੀ ਲਿਖ ਸਕਦਾ ਸੀ ਵੀ ਮੈਨੂੰ ਤੰਗ ਕੀਤਾ ਗਿਆ ਹੈ, ਮੇਰੇ ਨਾਲ ਕੋਈ ਚੀਟਿੰਗ ਕੀਤੀ ਗਈ ਹੈ। ਇਹਨੂੰ ਇਹ ਥੋੜ੍ਹਾ ਵੀ ਸੋਸ਼ਲ ਮੀਡੀਆ ਟ੍ਰਾਇਲ ਬਣਾ ਕੇ ਉਹਨੂੰ ਫਾਂਸੀ ਲਗਾ ਦਿਓ ਬੇਅੰਤ ਕੌਰ ਨੂੰ। ਤੁਸੀਂ ਕਹਿ ਰਹੇ ਹੋ ਕਿ ਬੇਅੰਤ ਕੌਰ ਦੇ ਪਰਿਵਾਰ ਦਾ ਕਸੂਰ ਨਹੀਂ ਹੈ ਜਾਂ ਬੇਅੰਤ ਕੌਰ ਦਾ ਕਸੂਰ ਨਹੀਂ ਹੈ। ਜਿਹੜਾ ਕਸੂਰ ਨਹੀਂ ਹੁੰਦਾ ਉਹ ਤਾਂ ਚੀਕ ਕੇ ਬਿਆਨ ਕਰਦਾ ਹੈ ਕਿ ਅਸੀਂ ਕੁਝ ਨਹੀਂ ਕੀਤਾ, ਤੇ ਉਹ ਇੰਨੇ ਆਰਾਮ ਨਾਲ ਕਿਉਂ ਬੈਠੇ ਹੋਏ ਨੇ ਕਿ ਉਹਨਾਂ ਨੂੰ ਬਿਆਨ ਨਹੀਂ ਕਰਨਾ ਆ ਰਿਹਾ? ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਕਿ ਜੇ ਇੰਨੇ ਮਾੜੇ ਹਾਲਾਤ ਬੇਅੰਤ ਦੇ ਸੀਗੇ ਤਾਂ ਉਹ ਆਪਣੇ ਪਰਿਵਾਰ ਨੂੰ ਕਿਉਂ ਬੁਲਾ ਰਹੇ? ਕਿ ਇਦਾਂ ਦਾ ਤੁਸੀਂ ਕੁਝ ਦੇਖਿਆ ਕਿ ਬੇਅੰਤ ਕੌਰ ਆਪਣੇ ਪਰਿਵਾਰ ਨੂੰ ਬੁਲਾ ਰਹੀ ਹੈ? ਮੈਨੂੰ ਉਹਨਾਂ ਨੇ ਆਪਣੇ ਪਾਸਪੋਰਟ ਵੀ ਦਿਖਾਏ, ਸਾਰੀ ਫੈਮਿਲੀ ਨੇ ਲੈ ਕੇ ਆਏ ਮੇਰੇ ਕੋਲ, ਕਹਿੰਦੇ ਜੀ ਸਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ ਵੀ ਸਭ ਦੇ ਵੀਜ਼ੇ ਲੱਗ ਗਏ, ਕੋਈ ਸਾਡਾ ਵੀਜ਼ਾ ਨਹੀਂ ਲੱਗਿਆ, ਸਾਨੂੰ ਕਦੇ ਸਪਾਂਸਰ ਨਹੀਂ ਕੀਤਾ ਲੜਕੀ ਨੇ, ਉਹ ਸਾਰਾ ਕਹਿੰਦੇ ਫੇਕ ਹੈ। ਪੰਜਾਬ ਦੇ ਵਿੱਚ ਤਕਰੀਬਨ 40,000 ਦੇ ਕਰੀਬ ਲੜਕੀਆਂ ਐਸੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਚੀਟਿੰਗ ਹੋਈ, ਜਿਨ੍ਹਾਂ ਦੇ ਮਾਪਿਆਂ ਤੋਂ 50-50 ਲੱਖ ਰੁਪਏ ਲੜਕਿਆਂ ਨੇ ਲਾ ਕੇ ਬਾਹਰੋਂ ਆ ਕੇ ਸ਼ਾਦੀਆਂ ਕਰਾਈਆਂ, ਬਾਅਦ ਦੇ ਵਿੱਚ ਉਹਨੂੰ ਲੈ ਕੇ ਨਹੀਂ ਗਏ ਔਰ ਉੱਥੇ ਬਾਅਦ 'ਚ ਇਹ ਪਤਾ ਲੱਗਿਆ ਵੀ ਇਹਦੇ ਤਾਂ ਪਹਿਲਾਂ ਬੱਚੇ ਸੀ ਉੱਥੇ ਮੁੰਡੇ ਦੇ, ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਜਾਂ ਕਿਸੇ ਜਿਹੜੀ ਵੀ ਕੰਟਰੀ 'ਚ ਰਹਿੰਦਾ ਸੀ, ਤੇ ਚੀਟਿੰਗ ਹੋਈ। ਤਾਂ ਉਹਨਾਂ ਤੋਂ ਅੱਜ ਤੱਕ ਕੋਈ ਸੁਣਵਾਈ ਨਹੀਂ ਕਿਸੇ ਦੀ ਹੋ ਰਹੀ। ਪਰ ਹੁਣ ਇਹ ਚੀਜ਼ ਬਹੁਤ ਕਾਮਨ ਹੋ ਚੁੱਕੀ ਹੈ ਨਾ ਕਿ ਮੁੰਡੇ ਆਇਲਸ ਕਰਨ ਵਾਲੀ ਕੁੜੀ ਭਾਲਦੇ ਨੇ। ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਇਹੀ ਦਿੱਤੇ ਜਾਂਦੇ ਨੇ ਕਿ 6 ਬੈਂਡ ਵਾਲੀ ਕੁੜੀ ਚਾਹੀਦੀ ਹੈ ਜਿਹੜੀ ਮੁੰਡੇ ਨੂੰ ਬਾਹਰ ਲੈ ਜਾਏ। ਤਾਂ ਇਹ ਚੀਜ਼ਾਂ ਕਾਮਨ ਹੋ ਚੁੱਕੀਆਂ ਨੇ, ਤਾਂ ਮੁੰਡਿਆਂ ਨੂੰ ਮੂਰਖ ਜ਼ਿਆਦਾ ਬਣਾਇਆ ਜਾ ਰਿਹਾ ਅੱਜ ਕੱਲ੍ਹ। ਨਹੀਂ ਮੈਡਮ, ਇਸ ਕੇਸ ਦੇ ਵਿੱਚ ਤਾਂ ਇਹ ਵੀ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਸੀ। ਇਹ ਕੋਈ ਉਹ ਤਾਂ ਹੁੰਦੀ ਹੈ ਜਿਹੜੀ ਕੰਟੈਕਟ ਮੈਰਿਜ ਹੁੰਦੀਆਂ ਵੀ ਅਸੀਂ ਇੰਨੇ ਪੈਸੇ ਲਾਵਾਂਗੇ ਸਾਡੇ ਮੁੰਡੇ ਨੂੰ ਬਾਹਰ ਲੈ ਕੇ ਜਾਊ। ਇਹ ਤਾਂ ਰਿਸ਼ਤੇਦਾਰ ਸੀਗੇ, ਇਹ ਤਾਂ ਅਰੇਂਜ ਮੈਰਿਜ ਸੀਗੀ। ਇਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਸੀਗਾ ਇਸ ਗੱਲ ਦਾ ਕੋਈ। ਜਦੋਂ ਦਾ ਲੋਕਡਾਊਨ ਲੱਗਿਆ, ਜਦੋਂ ਦੀ ਇਹ ਕਰੋਨਾ ਮਹਾਮਾਰੀ ਪੂਰੇ ਵਰਲਡ 'ਚ ਆਈ ਹੈ, ਤਾਂ ਹਿੰਦੁਸਤਾਨ ਦੇ ਤਕਰੀਬਨ 49% ਲੋਕ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ। ਪਰ ਲਵਪ੍ਰੀਤ ਦੇ ਡਿਪਰੈਸ਼ਨ ਦਾ ਕਾਰਨ ਹੀ ਬੇਅੰਤ ਸੀ, ਉਸ ਦਾ ਪਰਿਵਾਰ ਕਹਿ ਰਿਹਾ। ਨਹੀਂ ਉਹਨਾਂ ਦਾ ਇੱਕ ਤਰਫਾ ਵਰਸ਼ਨ ਹੈ ਨਾ ਜੀ, ਕੀ ਪਤਾ ਹੈ ਉਹਦੀ ਮਾਨਸਿਕ ਹਾਲਤ ਕੀ ਸੀ ਉਹਦੀ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਭਖਦਾ ਜਾ ਰਿਹਾ ਹੈ, ਫੇਸਬੁੱਕ ਦੇ ਵਿਹੜੇ ਦੇ ਵਿੱਚ ਵਿਦਵਾਨਾਂ ਦੀ ਗਿਣਤੀ ਵੱਧ ਰਹੀ ਹੈ। ਮੰਗ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਨੂੰ ਡਿਪੋਰਟ ਕੀਤਾ ਜਾਏ, ਬੇਅੰਤ ਕੌਰ ਦੇ ਮਾਤਾ ਅਤੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਏ, ਉਸਦੇ ਭਰਾ ਨੂੰ ਗ੍ਰਿਫਤਾਰ ਕੀਤਾ ਜਾਏ। ਬੇਅੰਤ ਕੌਰ ਤੋਂ ਗੁਨਾਹ ਹੋਇਆ ਹੈ, ਬੇਅੰਤ ਕੌਰ ਦੇ ਕਾਰਨ ਲਵਪ੍ਰੀਤ ਦੀ ਜਾਨ ਗਈ ਹੈ। ਇੱਕ ਮਾਂ ਨੇ ਆਪਣਾ ਪੁੱਤ ਗਵਾ ਦਿੱਤਾ ਹੈ, ਪਰਿਵਾਰ ਨੇ ਆਪਣਾ ਪੁੱਤ ਗਵਾ ਦਿੱਤਾ ਹੈ, ਤਾਂ ਇੱਕ ਘਰ ਦਾ ਚਿਰਾਗ ਬੁਝਿਆ ਹੈ। ਤਾਂ ਬੇਅੰਤ ਕੌਰ ਦੇ ਸਿਰ ਤੇ ਸਾਰਾ ਜਿਹੜਾ ਇਲਜ਼ਾਮ ਹੈ ਉਹ ਲੱਗ ਰਿਹਾ। ਤਾਂ ਬੇਅੰਤ ਕੌਰ ਦਾ ਵੀ ਪੱਖ ਸਾਹਮਣੇ ਆਇਆ ਹੈ, ਬੇਅੰਤ ਕੌਰ ਨੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਕਿਤੇ ਨਾ ਕਿਤੇ ਬੇਅੰਤ ਕੌਰ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਲਵਪ੍ਰੀਤ ਨੂੰ ਉਸਨੇ ਕਦੇ ਵੀ ਪ੍ਰੈਸ਼ਰਾਈਜ਼ ਨਹੀਂ ਕੀਤਾ, ਕਦੇ ਵੀ ਤੰਗ ਪਰੇਸ਼ਾਨ ਨਹੀਂ ਕੀਤਾ। ਇਹ ਕਦਮ ਕਿਉਂ ਚੁੱਕਿਆ ਗਿਆ ਹੈ, ਇਹ ਹੁਣ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਤਾਂ ਗੱਲਬਾਤ ਕਰਦੇ ਹਾਂ। ਸੀਨੀਅਰ ਐਡਵੋਕੇਟ ਅਸ਼ਵਨੀ ਚੌਧਰੀ ਮੇਰੇ ਨਾਲ ਮੌਜੂਦ ਨੇ। ਹਾਲਾਂਕਿ ਬੇਅੰਤ ਕੌਰ ਦਾ ਕੇਸ ਜਿਹੜਾ ਇਹਨਾਂ ਕੋਲ ਨਹੀਂ ਹੈਗਾ, ਹਲੇ FIR ਵੀ ਦਰਜ ਨਹੀਂ ਹੋਈ, ਪਰ ਕਿਉਂ ਇੱਕ ਸੀਨੀਅਰ ਐਡਵੋਕੇਟ
ਕੈਮਰੇ ਦੇ ਮੂਹਰੇ ਆ ਕੇ ਬੇਅੰਤ ਨੂੰ ਅਤੇ ਉਸਦੇ ਪਰਿਵਾਰ ਨੂੰ ਸਪੋਰਟ ਕਰ ਰਹੇ ਨੇ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਤਾਂ ਅਸ਼ਵਨੀ ਜੀ, ਅਸੀਂ ਦੇਖਿਆ ਕਿ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਵੱਡੇ ਕੇਸ ਫੜੇ ਨੇ, ਬੇਅੰਤ ਦਾ ਕੇਸ ਤੁਹਾਡੇ ਕੋਲ ਨਹੀਂ ਆਇਆ, ਕਿਉਂ ਉਹਨੂੰ ਸਪੋਰਟ ਕਰ ਰਹੇ ਹੋ? ਦੇਖੋ ਮੈਡਮ, ਹਲੇ ਤੱਕ ਕੋਈ ਦੇਖੋ ਵਕੀਲ ਦਾ ਕੰਮ ਸ਼ੁਰੂ ਹੁੰਦਾ ਹੈ, ਉਦੋਂ ਸ਼ੁਰੂ ਹੁੰਦਾ ਹੈ ਕਿਸੇ ਵੀ ਵਕੀਲ ਦਾ ਜਦੋਂ ਕੋਈ ਐਫ.ਆਈ.ਆਰ, ਅਗਰ ਕ੍ਰਿਮੀਨਲ ਸਾਈਡ ਤੇ ਅਗਰ ਕੋਈ ਐਫ.ਆਈ.ਆਰ ਹੈ ਜਾਂ ਕੋਰਟ ਦੇ ਵਿੱਚ ਕੋਈ ਕੇਸ ਪੈਂਡਿੰਗ ਹੈ ਤਾਂ ਦੋਨੋਂ ਪੱਖਾਂ ਤੇ ਦੋ ਵਕੀਲ ਪੇਸ਼ ਹੁੰਦੇ ਨੇ, ਇੱਕ ਮੁਦਈ ਪਾਰਟੀ ਵੱਲੋਂ, ਇੱਕ ਮੁਲਜ਼ਮ ਪਾਰਟੀ ਵੱਲੋਂ ਪੇਸ਼ ਹੁੰਦਾ ਹੈ। ਤਾਂ ਇਸ ਕੇਸ ਦੇ ਵਿੱਚ ਹਾਲੇ ਤੱਕ ਕੋਈ ਐਫ.ਆਈ.ਆਰ ਨਹੀਂ ਹੈ, ਹਾਲੇ ਤੱਕ ਕੁਝ ਸੋਸ਼ਲ ਮੀਡੀਆ ਦੇ ਉੱਪਰ ਹੀ ਚੱਲ ਰਿਹਾ ਹੈ। ਔਰ ਹਾਲਾਂਕਿ ਮੈਂ ਸੋਸ਼ਲ ਮੀਡੀਆ ਨਾਲ ਜਿਹੜਾ ਅਟੈਚ ਨਹੀਂ ਹਾਂ, ਕਿਉਂਕਿ ਅਸੀਂ ਪੁਰਾਣੇ ਲੋਕ ਹਾਂ, ਹਾਲੇ ਤੱਕ ਅਸੀਂ ਇਹ ਜਿਹੜੀ ਟੈਕਨੋਲੋਜੀ ਨੂੰ ਨਹੀਂ ਲਿਆ। ਆ ਤੁਸੀਂ ਮੋਬਾਈਲ ਦੇਖ ਸਕਦੇ ਹੋ, ਮੇਰੇ ਕੋਲੇ ਕਈ ਸਾਲ ਤੋਂ ਹੈ, 100 ਰੁਪਏ ਦਾ ਹੀ ਮੋਬਾਈਲ ਹੈ, ਇਹਦੇ 'ਚ ਨਾ ਵਟਸਐਪ ਹੈ, ਨਾ ਸੋਸ਼ਲ ਮੀਡੀਆ ਦੇਖਿਆ ਜਾ ਸਕਦਾ, ਕੁਝ ਵੀ ਨਹੀਂ ਹੈ। ਤਾਂ ਮੈਨੂੰ ਮਤਲਬ ਲੋਕਾਂ ਨੇ ਇੱਕ ਦੋ ਵਾਰ ਇਹ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਅੱਜ ਕੱਲ੍ਹ ਇਹ ਕੇਸ ਜਿਹੜਾ ਹੈਗਾ ਬੇਅੰਤ ਕੌਰ ਦਾ ਅਤੇ ਇੱਕ ਲਵਪ੍ਰੀਤ ਦਾ ਕੋਈ ਕੇਸ ਚੱਲ ਰਿਹਾ। ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਪਤਾ। ਤਾਂ ਕੱਲ੍ਹ ਅਚਾਨਕ ਪੁੱਛਦੇ ਪਛਾਣਦੇ ਕੁਝ ਲੋਕ ਮੇਰੇ ਕੋਲ ਮੇਰੇ ਚੈਂਬਰ 'ਚ ਆਏ ਅਤੇ ਉਹਨਾਂ ਨੇ ਕਿਹਾ ਵੀ ਅਸ਼ਵਨੀ ਚੌਧਰੀ ਐਡਵੋਕੇਟ ਨੂੰ ਮਿਲਣਾ ਹੈ। ਮੈਂ ਕਿਹਾ ਜੀ ਮੈਂ ਕਹਿੰਦੇ ਜੀ ਬਰਨਾਲਾ ਜ਼ਿਲ੍ਹੇ ਤੋਂ ਆਏ ਹਾਂ ਅਤੇ ਤੁਸੀਂ ਸਾਡਾ ਜੀ ਸੋਸ਼ਲ ਮੀਡੀਆ 'ਤੇ ਸਾਡਾ ਕੇਸ ਚੱਲ ਰਿਹਾ, ਤੁਸੀਂ ਦੇਖਿਆ? ਮੈਂ ਕਿਹਾ ਨਹੀਂ ਦੇਖਿਆ। ਕਹਿੰਦੇ ਜੀ ਤੁਹਾਨੂੰ ਦਿਖਾਉਂਦੇ ਹਾਂ। ਉਹਨਾਂ ਨੇ ਮੈਨੂੰ ਕੁਛ ਉਹਨਾਂ ਨੇ ਮੋਬਾਈਲ ਆਪਣੇ ਖੋਲ੍ਹ ਕੇ ਦਿਖਾਇਆ ਅਤੇ ਉਹਨਾਂ ਨੇ ਕਿਹਾ ਵੀ ਦੇਖੋ ਸਾਡਾ ਕੋਈ ਪੱਖ ਨਹੀਂ ਸੁਣ ਰਿਹਾ, ਸਾਨੂੰ ਆਪਣਾ ਪੱਖ ਰੱਖਣਾ ਨਹੀਂ ਆਉਂਦਾ, ਤੁਸੀਂ ਸਾਡਾ ਪੱਖ ਰੱਖ ਸਕਦੇ ਹੋ ਔਰ ਤੁਸੀਂ ਇਨਸਾਫ ਦਿਵਾਉਂਦੇ ਲੋਕਾਂ ਨੂੰ। ਮੈਂ ਕਿਹਾ ਮੈਂ ਪਹਿਲਾਂ ਵੀ ਬੜੇ ਕੇਸ ਕੀਤੇ ਨੇ ਅਤੇ ਕਹਿੰਦੇ ਸਾਨੂੰ ਪਤਾ ਲੱਗਿਆ ਸੀਗਾ ਤੁਸੀਂ 20 ਸਾਲ ਕੇਸ ਫ੍ਰੀ ਲੜਿਆ ਹੈ। ਜੱਸੀ ਸਿੱਧੂ ਮਰਡਰ ਕੇਸ ਸੀਗਾ, ਕੈਨੇਡਾ ਦੀ ਲੜਕੀ ਸੀਗੀ, ਇੰਡੀਆ 'ਚ ਆ ਕੇ ਉਹਨੇ ਇੱਕ ਮਿੱਠੂ ਨਾਂ ਦੇ ਗਰੀਬ ਜਿਹੜਾ ਸੀ ਆਟੋ ਰਿਕਸ਼ਾ ਚਲਾਉਣ ਵਾਲੇ ਨਾਲ ਵਿਆਹ ਕਰਾ ਲਿਆ ਸੀ ਅਤੇ ਉਹਦਾ ਸਪਾਰੀ ਦੇ ਕੇ ਮਰਡਰ ਕਰਵਾਤਾ ਸੀ ਉਹਦੇ ਪੇਰੈਂਟਸ ਨੇ ਵੀ ਉਹਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਸ਼ਾਦੀ ਕਿਉਂ ਕੀਤੀ। ਉਹ 20 ਸਾਲ ਤੋਂ ਜੀ ਮੈਂ ਕੇਸ ਜਿਹੜਾ ਉਹਨਾਂ ਦਾ ਲੜਦਾ ਆ ਰਿਹਾ ਅਤੇ ਸਾਰੇ ਸੋਸ਼ਲ ਮੀਡੀਆ ਕੀ ਸਾਰੇ ਵਰਲਡ ਦੇ ਵਿੱਚ ਉਸ ਕੇਸ ਬਾਰੇ ਪਤਾ, ਲੋਕਾਂ ਨੂੰ ਪਤਾ ਹੈ। ਤਾਂ ਉਹ ਸਿਰਫ ਮੇਰੀ ਇਸ ਗੱਲ 'ਤੇ ਮੇਰੇ ਪਿੱਛੇ ਆਏ ਵੀ ਅਸੀਂ ਗਰੀਬ ਲੋਕ ਹਾਂ ਜੀ, ਸਾਡੀ ਜਿਹੜੀ ਇਹ ਗੱਲ ਰੱਖੀ ਜਾਏ। ਤਾਂ ਉਹ ਇਨ ਦਾ ਮੀਨ ਟਾਈਮ ਜਦੋਂ ਇਹ ਗੱਲ ਚੱਲੀ ਤਾਂ ਕੁਛ ਇੱਥੇ ਪ੍ਰੈਸ ਵਾਲੇ ਵੀ ਕੋਰਟ 'ਚ ਰਹਿੰਦੇ ਨੇ, ਹਮੇਸ਼ਾ ਆਏ ਰਹਿੰਦੇ ਨੇ ਕਵਰੇਜ ਕਰਨ ਲਈ, ਤਾਂ ਉਹ ਆ ਗਏ ਤਾਂ ਉਹਨਾਂ ਨੇ ਕਿਹਾ ਵੀ ਕੀ ਮੈਟਰ ਹੈਗਾ। ਅਤੇ ਜੋ ਡਾਕੂਮੈਂਟਸ ਲੜਕੀ ਵਾਲਿਆਂ ਨੇ ਮੇਰੇ ਕੋਲ ਰੱਖੇ ਬੇਅੰਤ ਕੌਰ ਦੇ ਪੇਰੈਂਟਸ ਨੇ, ਉਹਦੀ ਫੈਮਿਲੀ ਨੇ, ਤਾਂ ਉਹ ਸਿਰਫ ਮੈਂ ਲੋਕਾਂ ਨੂੰ ਜਿਹੜੇ ਦੱਸੇ ਵੀ ਆਹ ਬੇਅੰਤ ਕੌਰ ਦੀ ਜਿਹੜੀ ਫੈਮਿਲੀ ਹੈ, ਬੇਅੰਤ ਕੌਰ ਦਾ ਪੱਖ ਇਹ ਹੈਗਾ। ਔਰ ਕਿਸੇ ਦੀ ਜਿਹੜੀ ਸਿਰਫ ਸੋਸ਼ਲ ਮੀਡੀਆ 'ਤੇ ਟਰਾਇਲ ਨਹੀਂ ਕਰਨੀ ਚਾਹੀਦੀ ਉਹਦੀ। ਅਗਰ ਕੋਈ ਵੀ ਅਦਾਲਤ ਹੈ, ਹਿੰਦੁਸਤਾਨ ਦਾ ਕਾਨੂੰਨ ਹੈ, ਅਗਰ ਇੱਕ ਬੰਦੇ ਦੀ ਗੱਲ ਸੁਣ ਕੇ ਉਹਨੂੰ ਫਾਂਸੀ ਥੋੜ੍ਹਾ ਲਗਾ ਸਕਦੇ ਆਪਾਂ। ਜਿਹੜਾ ਮੁਲਜ਼ਮ ਹੈ ਉਹਨੂੰ ਵੀ ਤਾਂ ਕਹਿਣ ਦਾ ਹੱਕ ਦਿੱਤਾ ਜਾਏਗਾ ਨਾ ਵੀ ਹਾਂ ਵੀ ਤੂੰ ਦੱਸ ਵੀ ਤੇਰੇ ਖਿਲਾਫ ਕਿਉਂ ਹੈ ਇਹ ਗੱਲ, ਤੂੰ ਇਹ ਸਾਬਤ ਕਰ ਵੀ ਤੂੰ ਬੇਕਸੂਰ ਹੈ। ਤਾਂ ਉਹ ਜਿਹੜੀ ਇੱਕ ਤਰਫਾ ਗੱਲ ਚੱਲ ਰਹੀ ਸੀ, ਸਿਰਫ ਉਸ ਨੂੰ ਕਲੈਰੀਫਾਈ ਕਰਨ ਲਈ ਮੈਂ ਇਸ ਕੇਸ 'ਚ ਕੋਈ ਵਕੀਲ ਨਹੀਂ ਹਾਲੇ ਤੱਕ ਮੁਕਰਰ ਹੋਇਆ, ਨਾ ਕੋਈ ਫੀਸ ਲਈ ਹੈ, ਨਾ ਹੀ ਮੇਰਾ ਕੋਈ ਪਰਸਨਲ ਇੰਟਰਸਟ ਹੈ। ਕਿਉਂਕਿ ਮੇਰੇ ਕੋਲੇ ਤਾਂ ਦੇਖੋ ਇਹਦੇ ਮੈਨੂੰ ਤਾਂ ਲਵਪ੍ਰੀਤ ਵੀ ਹੋਏ ਜਾ, ਉਹਦੀ ਫੈਮਿਲੀ ਵੀ ਆ ਸਕਦੀ ਸੀ ਮੇਰੇ ਕੋਲੇ, ਬੇਅੰਤ ਕੌਰ ਦੀ ਫੈਮਿਲੀ ਆਈ, ਉਹਨਾਂ ਨੇ ਮੈਨੂੰ ਅਪਰੋਚ ਕੀਤਾ ਵੀ ਸਾਡੀ ਗੱਲ ਜਿਹੜੀ ਹੈ ਉਹ ਮਤਲਬ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ। ਸਿਰਫ ਮੈਂ ਉਹਨਾਂ ਦਾ ਪੱਖ ਰੱਖਿਆ ਅਤੇ ਅੱਜ ਸਵੇਰੇ ਮੈਨੂੰ ਮੇਰੇ ਬੱਚਿਆਂ ਨੇ ਵੀ, ਮੇਰੇ ਕੁਲੀਗਸ ਨੇ ਵੀ ਮੈਨੂੰ ਕਈ ਫੋਨ ਆਉਣੇ ਸ਼ੁਰੂ ਹੋਏ ਵੀ ਜੀ ਲੋਕ ਤੁਹਾਡੇ ਬਾਰੇ ਐਸੇ ਕਮੈਂਟ ਕਰ ਰਹੇ ਨੇ ਵੀ ਕਿਸੇ ਲਾਲਚਵਸ਼। ਤਾਂ ਮੈਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਚੰਗਾ ਵਕੀਲ ਕੋਈ ਵੀ ਹੈ, ਉਹਦਾ ਫਰਜ਼ ਬਣਦਾ ਵੀ ਲੋਕਾਂ ਨੂੰ ਇਨਸਾਫ ਲਈ ਖੜਾ ਹੋਵੇ, ਉਹ ਇਕੱਲੇ ਪੈਸੇ ਲਈ ਨਾ ਖੜਾ ਹੋਵੇ। ਠੀਕ ਹੈ, ਅਗਰ ਉਹਦੀ ਰੋਜੀ ਰੋਟੀ ਦਾ ਕਿਤੇ ਹੈਗਾ ਤਾਂ ਇਹ ਨਹੀਂ ਵੀ, ਪਰ ਅਗਰ ਉਹਦੇ ਕੋਲ ਕੋਈ ਜ਼ਰੂਰਤਮੰਦ ਇਨਸਾਨ ਆਉਂਦਾ ਹੈ ਤਾਂ ਉਹਨੂੰ ਸਹੀ ਜੋ ਕਾਨੂੰਨ ਦੀ ਜਿਹੜੀ ਹੈਗੀ ਹੈ ਉਹਦੇ ਬਾਰੇ ਦੱਸੇ। ਤੁਹਾਨੂੰ ਲਵਪ੍ਰੀਤ ਦੇ ਨਾਲ ਜੋ ਹੋਇਆ, ਬੇਅੰਤ 'ਤੇ ਇਲਜ਼ਾਮ ਲੱਗ ਰਹੇ ਨੇ, ਤਾਂ ਬੇਅੰਤ ਦੇ ਮਾਤਾ ਪਿਤਾ ਇਨੋਸੈਂਟ ਕਿਉਂ ਲੱਗ ਰਹੇ ਨੇ? ਜੋ ਤੁਹਾਨੂੰ ਉਹ ਕਾਗਜ਼ਾਤ ਥਮਾ ਗਏ ਨੇ, ਕਾਗਜ਼ਾਤ ਅਸੀਂ ਉਹ ਵੀ ਦੇਖੇ ਨੇ ਜੋ ਲਵਪ੍ਰੀਤ ਦੇ ਪਰਿਵਾਰ ਨੇ ਫੜੇ ਹੋਏ ਨੇ, ਚੈਟਸ ਅਸੀਂ ਉਹ ਵੀ ਪੜ੍ਹੀਆਂ ਨੇ। ਤੁਸੀਂ ਮੈਡਮ ਇਹ ਸਾਰੇ ਕਾਗਜ਼ਾਤ ਮੇਰੇ ਸਾਹਮਣੇ ਪਏ ਨੇ। ਤਾਂ ਉਹ ਲੜਕੀ ਦੇ ਪੇਰੈਂਟਸ ਦੇ ਦੱਸਣ ਦੇ ਮੁਤਾਬਕ, ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਲੜਕੀ ਉਦੋਂ ਬਾਲਗ ਨਹੀਂ ਸੀ ਹੋਈ ਜਦੋਂ ਲੜਕੀ ਨੇ ਆਈਲੈਟਸ ਕੀਤੀ। ਉਹਨੇ ਬਾਹਰ 'ਚ ਕੈਨੇਡਾ ਜਾਣਾ ਸੀ ਪੜ੍ਹਾਈ ਲਈ, ਉਹਦੀ ਮੈਰਿਜ ਕਰਤੀ ਗਈ ਲੜਕੀ ਦੀ ਮੈਰਿਜ ਤੋਂ ਬਾਅਦ ਆਪਣੇ 10-11 ਦਿਨ ਸਹੁਰੇ ਕਰ ਰਹੀ ਅਤੇ ਉਹਦਾ ਸਹੁਰਾ ਪਰਿਵਾਰ ਹੀ ਉਹਨੂੰ ਏਅਰਪੋਰਟ 'ਤੇ ਦਿੱਲੀ ਚਲਾ ਕੇ ਆਇਆ। ਲੜਕੀ ਜਦੋਂ ਚਲੀ ਗਈ ਤਾਂ ਲੜਕੀ ਦੇ ਜਾਣ ਤੋਂ 1 ਮਹੀਨਾ ਬਾਅਦ ਹੀ ਜਿਹੜਾ ਉਹਦਾ ਹਸਬੈਂਡ ਹੈਗਾ ਡਿਸੀਜ਼ ਦੇ ਵਿੱਚ ਹੈਗਾ ਲਵਪ੍ਰੀਤ, ਤਾਂ ਉਹਨੂੰ ਉਹਦੇ ਵਟਸਐਪ ਦੇ ਉੱਪਰ ਇੱਕ ਆਪਣੇ ਹੱਥ ਦੀ ਲਿਖੀ ਹੋਈ ਚਿੱਠੀ ਉਹਨੂੰ ਲਿਖੀ, ਜਿਹਦੇ 'ਚ ਉਹਨੇ ਕਿਹਾ ਵੀ ਮੈਂ ਮੇਰੇ ਕੁਝ ਪਰਸਨਲ ਰੀਜ਼ਨਸ ਕਰਕੇ ਮੈਂ ਜੀਣਾ ਨਹੀਂ ਚਾਹੁੰਦਾ, ਮੈਂ ਮਰਨਾ ਚਾਹੁੰਦਾ, ਮੈਂ ਬੇਅੰਤ ਨੂੰ ਬਹੁਤ ਪਿਆਰ ਕਰਦਾ, ਮੇਰੀ ਰਾਣੀ ਹੈ ਇਹ, ਇਹਦਾ ਕੋਈ ਕਸੂਰ ਨਹੀਂ, ਇਹਦੇ ਉੱਪਰ ਕੋਈ ਇਲਜ਼ਾਮ ਨਾ ਲਗਾਇਆ ਜਾਵੇ, ਇਸ ਤਰ੍ਹਾਂ ਦਾ ਕੁਝ ਲਿਖ ਕੇ ਉਹਨੇ ਭੇਜਿਆ। ਇਹ ਚਿੱਠੀ ਕਦੋਂ ਦੀ ਹੈ? ਕਦੋਂ ਜੀ 26 ਸਤੰਬਰ 2019 ਦੀ ਹੈਗੀ ਜੀ, ਵਿਆਹ ਤੋਂ ਥੋੜੀ ਦੇਰ ਬਾਅਦ, 1 ਮਹੀਨੇ ਬਾਅਦ ਹੀ ਤਕਰੀਬਨ। ਅੱਛਾ। ਤਾਂ ਜਦੋਂ ਉਹਨੂੰ ਲੜਕੀ ਨੇ ਆਪਣਾ ਮੋਬਾਈਲ ਖੋਲ੍ਹਿਆ, ਜਦੋਂ ਦੇਖਿਆ ਵਟਸਐਪ ਦੇ ਉੱਪਰ ਚਿੱਠੀ, ਤਾਂ ਸ਼ੀ ਵਾਜ਼ ਸ਼ੌਕਡ। ਤਾਂ ਇਮੀਡੀਏਟਲੀ ਉਹਨਾਂ ਦੇ ਦੱਸਣ ਦੇ ਮੁਤਾਬਕ ਹੀ ਹੈ, ਲੜਕੀ ਦੇ ਦੱਸਣ ਮੁਤਾਬਕ ਹੈ, ਉਹਦੇ ਪੇਰੈਂਟਸ ਦੇ ਦੱਸਣ ਮੁਤਾਬਕ, ਤਾਂ ਲੜਕੀ ਨੇ ਉਹਦੀ ਜਿਹੜੀ ਨਨਾਣ ਹੈਗੀ ਲੜਕੀ ਦੀ, ਇਹ ਲੜਕੇ ਲਵਪ੍ਰੀਤ ਦਾ ਘਰ ਦਾ ਨਾਮ ਲਾਡੀ ਹੈਗਾ, ਅਤੇ ਉਹਦੀ ਭੈਣ ਹੈ ਰਾਜਵੀਰ ਕੌਰ ਹੈ, ਰਾਜੂ ਕਹਿੰਦੇ ਉਹਨੂੰ, ਅਤੇ ਲੜਕੀ ਉਹਨੂੰ ਰਾਜੂ ਦੀ ਕਹਿ ਕੇ ਐਡਰੈਸ ਕਰਦੀ ਸੀ ਉਹਨੂੰ। ਤਾਂ ਉਹਨੇ ਇਮੀਡੀਏਟਲੀ ਉਹਨੂੰ ਕਾਲ ਕੀਤੀ ਆਪਣੀ ਨਨਾਣ ਨੂੰ, ਔਰ ਉਹ ਜਿਹੜੀ ਚਿੱਠੀ ਸੀਗੀ ਉਹਨੂੰ ਭੇਜੀ ਵੀ ਰਾਜੂ ਦੀ ਆਹ ਮੈਨੂੰ ਲਾਡੀ ਨੇ ਭੇਜੀ ਹੈ ਅਤੇ ਤੁਸੀਂ ਇਹਦੇ ਬਾਰੇ ਪਤਾ ਸਤਾ ਕਰਕੇ ਮੈਨੂੰ ਦੱਸੋ। ਫਿਰ ਨੈਕਸਟ ਡੇ ਉਹਨਾਂ ਦੀ ਫਿਰ ਚੈਟ ਹੋਈ, ਫਿਰ ਉਹਨੇ ਕਿਹਾ ਵੀ ਅਸੀਂ ਜਾ ਕੇ ਆਏ ਹਾਂ ਉਹਦੇ ਘਰੇ,
ਲਾਡੀ ਕੋਲ ਜਾ ਕੇ ਆਏ ਅਸੀਂ, ਸਪੈਸ਼ਲ ਜਾ ਕੇ ਉਹਨੂੰ ਪੁੱਛਿਆ, ਪਰ ਕੋਈ ਗੱਲਬਾਤ ਨਹੀਂ ਦੱਸ ਰਿਹਾ। ਉਹ ਲਗਾਤਾਰ ਉਹਦੇ ਚੈਟਸ ਚੱਲਦੀ ਰਹੀਆਂ ਉਹਨਾਂ ਦੀਆਂ। ਫਿਰ ਉਹਨੇ ਕਿਹਾ ਸਮਝਾ ਕੇ ਆਓ ਤੁਸੀਂ ਉਹਨੂੰ ਵੀ ਇਹੋ ਜਿਹਾ ਇਹੋ ਜਿਹੀ ਕੀ ਗੱਲ ਹੈ ਕੀ ਨਹੀਂ। ਲੜਕੀ ਬਾਰ-ਬਾਰ ਰਿਕੁਐਸਟ ਕਰਦੀ ਰਹੀ ਹੈ, ਔਰ ਜਿੰਨੀਆਂ ਵੀ ਚੈਟਸ ਅੱਜ ਤੱਕ ਹੋਈਆਂ, ਉਸ ਤੋਂ ਬਾਅਦ ਹੁਣ ਜਦੋਂ ਡੈਥ ਹੋਈ ਹੈ ਤਾਂ ਤਕਰੀਬਨ ਅਰਸਾ ਜਿਹੜਾ 3 ਸਾਲ ਦਾ ਗੁਜ਼ਰ ਗਿਆ। ਅਗਰ ਲਾਡੀ ਨੂੰ ਦੇਖੋ, ਮੈਂ ਸਮਝਦਾ ਬੇਕਸੂਰ ਕਿਉਂ ਨੇ ਉਹ। ਅਗਰ ਲੜਕੀ ਵੱਲੋਂ ਲਾਡੀ ਨੂੰ, ਉਹਦੇ ਹਸਬੈਂਡ ਨੂੰ ਲੜਕੀ ਵੱਲੋਂ ਜਾਂ ਉਹਦੇ ਪੇਰੈਂਟਸ ਵੱਲੋਂ ਪਰੇਸ਼ਾਨ ਕੀਤਾ ਗਿਆ ਹੁੰਦਾ, ਕੋਈ ਬਲੈਕਮੇਲ ਕੀਤਾ ਗਿਆ ਹੁੰਦਾ, ਕੋਈ ਮੈਂਟਲ ਟੌਰਚਰ ਕੀਤਾ ਗਿਆ ਹੁੰਦਾ, ਤਾਂ ਉਹ ਇਹ ਕਹਿ ਸਕਦੇ ਸੀ ਵੀ ਉਹਨਾਂ ਦਾ ਐਲੀਗੇਸ਼ਨ ਇਹ ਹੈ ਵੀ ਅਸੀਂ ਪੈਸੇ ਲਗਾਏ। ਤਾਂ ਫਿਰ ਉਹ ਇੱਕ ਚੀਟਿੰਗ ਦਾ ਕਿਸੇ ਐਸਐਸਪੀ ਕੋਲੇ, ਡਿਪਟੀ ਕਮਿਸ਼ਨਰ ਕੋਲੇ, ਕਿਸੇ ਵਿਮਨ ਕਮਿਸ਼ਨ ਕੋਲੇ ਕਿਤੇ ਵੀ ਜਾ ਕੇ ਉਹ ਐਪਲੀਕੇਸ਼ਨ ਪਾ ਸਕਦੇ ਸੀ, ਹਿਊਮਨ ਰਾਈਟਸ ਪਾ ਸਕਦੇ ਸੀ ਵੀ ਸਾਡੇ ਨਾਲ ਚੀਟਿੰਗ ਹੋ ਗਈ ਜੀ, ਲੜਕੀ ਨੇ ਚੀਟਿੰਗ ਕੀਤੀ ਹੈ। ਅੱਜ ਤੱਕ ਕੋਈ ਕੰਪਲੇਂਟ ਹੀ ਨਹੀਂ ਉਹਨਾਂ ਦੇ ਖਿਲਾਫ। ਔਰ ਉਹਨਾਂ ਦੇ ਅੱਛਾ ਫਿਰ ਇਹ ਹੈ ਵੀ ਜਦੋਂ ਹੁਣ ਲਾਡੀ ਦੀ ਮੌਤ ਹੋਈ ਹੈ, ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਹੋਈ ਹੈ, ਨਹੀਂ ਪਤਾ। ਜਦੋਂ ਕੋਈ ਰਿਪੋਰਟ ਆਏਗੀ, ਪੋਸਟਮਾਰਟਮ ਦੀ ਰਿਪੋਰਟ ਜਦ ਤੱਕ ਹੋਵੇਗੀ ਉਦੋਂ ਹੀ ਪਤਾ ਲੱਗੇਗਾ। ਤਾਂ ਉਦੋਂ ਵੀ ਕੋਈ ਸੁਸਾਈਡ ਨੋਟ ਲਿਖ ਸਕਦਾ ਸੀ ਉਹ। ਪਰ ਠੀਕ ਉਤੋਂ ਹੀ ਕੁਝ ਦਿਨ ਪਹਿਲਾਂ, 2 ਜਾਂ 3 ਦਿਨ ਪਹਿਲਾਂ ਲਾਡੀ ਨੇ ਇੱਕ ਮੈਸੇਜ ਕੀਤਾ ਹੋਇਆ ਸੀ ਕਿ ਮੈਂ ਇੱਕ ਬੜਾ ਵੱਡਾ ਕਦਮ ਚੁੱਕਣ ਜਾ ਰਿਹਾ ਜੋ ਸ਼ਾਇਦ ਮੈਨੂੰ ਨਹੀਂ ਚੁੱਕਣਾ ਚਾਹੀਦਾ, ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ। ਤਾਂ ਬੇਅੰਤ ਦਾ ਅੱਗੋਂ ਜਿਹੜਾ ਰਿਪਲਾਈ ਹੈ ਉਹ ਅਜੀਬ ਜਿਹਾ ਸੀ, ਉਹਨੇ ਸਿਰਫ ਥੰਬ ਭੇਜਿਆ ਹੋਇਆ ਸੀ। ਕਿਉਂਕਿ ਇਹ ਗੱਲ ਜਿਹੜੀ ਨਾ ਮਤਲਬ ਉਹ ਬਲੈਕਮੇਲ ਕਰਦਾ ਆ ਰਿਹਾ ਸੀ ਉਹਨੂੰ ਉਹਦੇ ਸ਼ਾਦੀ ਦੇ ਸਮੇਂ ਤੋਂ ਹੀ। ਇਹ ਰੂਟੀਨ ਦੀ ਗੱਲ ਸੀ। ਜਿਹੜੀ ਮਰਨ ਵਾਲੀ ਗੱਲ ਕਰਦੇ ਆ ਨਾ ਉਹ ਮਤਲਬ ਕਿਉਂਕਿ ਉਹਨੂੰ ਜਦੋਂ ਵੀ ਕੋਈ ਪਤਾ ਲੱਗਦਾ ਸੀ ਗੱਲ ਤਾਂ ਇਮੀਡੀਏਟਲੀ ਆਪਣੇ ਜਿਹੜੇ ਇਨ-ਲॉज ਫੈਮਿਲੀ ਨੂੰ ਉਹ ਆਪਣੀ ਨਨਾਣ ਨੂੰ ਦੱਸਦੀ ਸੀ। ਉਹ ਜਾ ਕੇ ਇਹਦੇ ਬਾਰੇ ਪੰਚਾਇਤਾਂ ਵੀ ਹੋਈਆਂ, ਗੱਲਬਾਤ ਵੀ ਹੁੰਦੀ ਰਹੀ। ਤਾਂ ਉਹ ਲੜਕੀ ਪੜ੍ਹਨ ਵਾਲੀ ਲੜਕੀ ਹੈ, ਗਈ ਉੱਥੇ ਲਾਕਡਾਊਨ ਲੱਗ ਗਿਆ, ਉਹ ਤੋਂ ਆਪਣਾ ਰੈਂਟ ਨਹੀਂ ਸੀ ਦਿੱਤਾ ਜਾ ਰਿਹਾ, ਫੀਸ ਨਹੀਂ ਸੀ ਦਿੱਤੀ ਜਾ ਰਹੀ ਉਦੋਂ ਆਪਣੀ ਲੜਕੀ ਤੋਂ। ਉਹ 24 ਘੰਟੇ ਆਪਣੇ ਕੰਮਕਾਜ 'ਚ ਬਿਜ਼ੀ ਹੈ ਅਤੇ ਕਿ ਉਹ ਇਹਦੇ ਨਾਲ ਫਜ਼ੂਲ ਦੀ ਗੱਲਾਂ ਕਰਦੀ ਰਹੇ। ਅਗਰ ਲਾਡੀ ਨੇ ਕੋਈ ਇਹ ਗੱਲ ਕਹਿੰਦੇ ਨੇ ਵੀ ਸੁਸਾਈਡ ਕਰ ਲਿਆ, ਮਰਨ ਲਈ ਮਜਬੂਰ ਹੋ ਗਿਆ, ਤਾਂ ਲਾਡੀ ਤਾਂ ਉਸ ਤੋਂ ਮਰਨ ਤੋਂ ਪਹਿਲਾਂ ਵੀ ਤਾਂ ਕੁਝ ਲਿਖ ਸਕਦਾ ਸੀ ਆਪਣੇ ਮੋਬਾਈਲ ਫੋਨ 'ਤੇ, ਕਿਸੇ ਸੋਸ਼ਲ ਮੀਡੀਆ ਦੇ ਕੁਝ ਵੀ ਲਿਖ ਸਕਦਾ ਸੀ ਵੀ ਮੈਨੂੰ ਤੰਗ ਕੀਤਾ ਗਿਆ ਹੈ, ਮੇਰੇ ਨਾਲ ਕੋਈ ਚੀਟਿੰਗ ਕੀਤੀ ਗਈ ਹੈ। ਇਹਨੂੰ ਇਹ ਥੋੜ੍ਹਾ ਵੀ ਸੋਸ਼ਲ ਮੀਡੀਆ ਟ੍ਰਾਇਲ ਬਣਾ ਕੇ ਉਹਨੂੰ ਫਾਂਸੀ ਲਗਾ ਦਿਓ। ਬੇਅੰਤ ਕੌਰ ਨੂੰ, ਇੱਕ ਲੜਕੀ ਹੈ, ਉਹਦੇ ਖਿਲਾਫ ਐਸੇ ਗੰਦੇ ਲਫ਼ਜ਼ ਬੋਲੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ। ਮੈਂ ਸੁਣ ਕੇ ਹੈਰਾਨ ਰਹਿ ਗਿਆ ਵੀ ਅਗਰ ਈਵਨ ਰੇਪ ਕੇਸਿਸ ਦੇ ਵਿੱਚ ਵੀ ਜਦੋਂ ਕੋਰਟ ਦੇ ਵਿੱਚ ਟ੍ਰਾਇਲ ਹੁੰਦੀ ਹੈ ਤਾਂ ਜਿਹੜੀ ਲੜਕੀ ਨਾਲ ਰੇਪ ਹੋਇਆ ਹੁੰਦਾ ਉਹਦਾ ਨਾਂ ਨਹੀਂ ਲਿਖਿਆ ਜਾਂਦਾ, ਉਹਨੂੰ ਲਿਖਿਆ ਜਾਂਦਾ ABC ਮਤਲਬ ਇਸ ਤਰ੍ਹਾਂ ਡੈਸ਼ ਦੇ ਵਿੱਚ ਕਰਕੇ, ਉਹਦਾ ਨਾਂ ਨਹੀਂ ਲਿਖਿਆ ਜਾਂਦਾ। ਉਹਨੂੰ ਬਾਈ ਨੇਮ ਉਹਨੂੰ ਕਹਿ ਰਿਹਾ ਵੀ ਤੂੰ ਕੋਠੇ 'ਤੇ ਬੈਠ ਜੇ, ਇਹ ਮਤਲਬ ਪੈਸਿਆਂ ਲਈ ਇਹਨੂੰ ਡੀਪੋਰਟ ਕੀਤਾ ਜਾਊਗਾ, ਇਹਨੂੰ ਐਂ ਕੀਤਾ ਜਾਊਗਾ। ਕੌਣ ਕਹਿ ਰਿਹਾ ਇਹਨੇ ਭੱਦੇ ਲਫ਼ਜ਼ ਕੌਣ ਵਰਤ ਰਿਹਾ? ਇਹ ਸੋਸ਼ਲ ਮੀਡੀਆ 'ਤੇ ਮੈਨੂੰ ਦਿਖਾਏ ਗਏ ਜੀ, ਜੋ ਮੋਬਾਈਲ 'ਤੇ। ਹੁਣ ਮੈਂ ਨਹੀਂ ਜਾਣਦਾ ਵੀ ਕੌਣ ਉਹ ਬੰਦੇ ਲੋਕ ਕੌਣ ਨੇ, ਕਿਉਂਕਿ ਮੈਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦਾ ਵੀ ਬੰਦੇ ਕੌਣ ਨੇ। ਪਰ ਜੋ ਮੈਨੂੰ ਦਿਖਾਇਆ ਗਿਆ, ਉਹਨਾਂ ਨੇ ਦਿਖਾਇਆ ਮੈਨੂੰ, ਬਹੁਤ ਦਿਖਾਈਆਂ ਉਹਨਾਂ ਨੇ ਮੈਨੂੰ ਜਿਹੜੇ ਮੋਬਾਈਲ ਦੇ ਉੱਪਰ ਚੈਨਲਾਂ ਦੇ, ਸੋਸ਼ਲ ਮੀਡੀਆ ਦੇ ਜੋ ਵੀ ਚੈਨਲ ਹੁੰਦੇ ਹੋਣਗੇ। ਤਾਂ ਉਸ ਤੋਂ ਮਤਲਬ ਦੇਖ ਕੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਇਹ ਜਿਹੜਾ ਪੱਖ ਹੈ ਇਹਨਾਂ ਦਾ ਰੱਖਣਾ ਚਾਹੀਦਾ ਹੈਗਾ। ਇਹ ਨਹੀਂ ਵੀ ਇੱਕ ਤਰਫਾ ਜਿਹੜਾ ਹੋ ਗਏ। ਜਿਹਦਾ ਕੋਈ ਕਸੂਰ ਹੀ ਨਹੀਂ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੇਅੰਤ ਕੌਰ ਦੇ ਪਰਿਵਾਰ ਦਾ ਕਸੂਰ ਨਹੀਂ ਹੈ ਜਾਂ ਬੇਅੰਤ ਕੌਰ ਦਾ ਕਸੂਰ ਨਹੀਂ ਹੈ, ਜਿਹਦਾ ਕਸੂਰ ਨਹੀਂ ਹੁੰਦਾ ਉਹ ਤਾਂ ਚੀਕ ਕੇ ਬਿਆਨ ਕਰਦਾ ਕਿ ਅਸੀਂ ਕੁਝ ਨਹੀਂ ਕੀਤਾ। ਤੇ ਉਹ ਇੰਨੇ ਆਰਾਮ ਨਾਲ ਕਿਉਂ ਬੈਠੇ ਹੋਏ ਨੇ ਕਿ ਉਹਨਾਂ ਨੂੰ ਬਿਆਨ ਨਹੀਂ ਕਰਨਾ ਆ ਰਿਹਾ? ਨਹੀਂ, ਉਹਨਾਂ ਨੂੰ ਬਿਆਨ ਨਹੀਂ ਸੀ ਕਰਨਾ ਆ ਰਿਹਾ ਉਹਨਾਂ ਨੂੰ, ਕਿਉਂਕਿ ਉਹ ਮਤਲਬ ਐਸੇ ਹਾਲਾਤ ਕ੍ਰੀਏਟ ਹੋ ਗਏ ਵੀ ਲੋਕਾਂ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੋਸ਼ਲ ਮੀਡੀਆ ਦੇ ਉੱਪਰ। ਇੰਨਾ ਜ਼ਿਆਦਾ ਟੌਰਚਰ ਕਰਤਾ ਵੀ ਉਹਨਾਂ ਦੀ ਜਿੰਨੀ ਉਹਨਾਂ ਨੂੰ ਇਸ ਗੱਲ ਦੀ ਸੋਝੀ ਨਾ ਰਹੀ ਵੀ ਅਸੀਂ ਇਹਦਾ ਕੀ ਕਰੀਏ, ਕਿਉਂਕਿ ਕਾਨੂੰਨੀ ਤੌਰ 'ਤੇ ਕੋਈ ਕੇਸ ਨਹੀਂ ਸੀ ਚੱਲਦਾ। ਫਿਰ ਅਲਟੀਮੇਟਲੀ ਦੁਖੀ ਹੋ ਕੇ ਉਹਨਾਂ ਨੇ ਉੱਥੇ ਐਸਐਸਪੀ ਨੂੰ ਐਪਲੀਕੇਸ਼ਨ ਵੀ ਦਿੱਤੀਆਂ ਇਹਦੇ ਬਾਰੇ, ਚੁੱਪ ਨਹੀਂ ਕੀਤੇ ਉਹਨਾਂ ਨੇ ਐਪਲੀਕੇਸ਼ਨ ਵੀ ਦਿੱਤੀਆਂ ਐਸਐਸਪੀ ਨੂੰ। ਫਿਰ ਅਲਟੀਮੇਟਲੀ ਆ ਕੇ ਜਦੋਂ ਉਹਨੇ ਕਿਹਾ ਵੀ ਹੁਣ ਕਿਸੇ ਦੀ ਕਾਨੂੰਨੀ ਰਾਏ ਵੀ ਲਿੱਤੀ ਜਾਵੇ ਇਹਦੇ ਬਾਰੇ ਕੀ ਹੋ ਸਕਦਾ ਹੈ, ਤਾਂ ਕੱਲ੍ਹ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਤੇ ਮੈਂ ਉਹਨਾਂ ਦਾ ਪੱਖ ਰੱਖਿਆ, ਕਿਉਂਕਿ ਜਿਹੜੇ ਅਗਰ ਕੋਈ ਟਰਾਇਲ ਹੋਣੀ ਹੈ, ਅਗਰ ਕੋਈ ਕੇਸ ਚੱਲਣਾ ਬਰਨਾਲੇ ਚੱਲਣਾ, ਸੰਗਰੂਰ ਨਹੀਂ ਚੱਲਣਾ। ਅਤੇ ਨਾ ਮੈਂ ਹਾਲੇ ਕੋਈ ਵਕਾਲਤਨਾਮਾ ਮੈਂ ਨਹੀਂ ਲਗਾ ਸਕਦਾ, ਕਿਉਂਕਿ ਜਦੋਂ FIR ਨਹੀਂ, ਕੋਈ ਕੇਸ ਨਹੀਂ ਹੈ, ਕੋਈ ਵਕੀਲ ਨਹੀਂ ਹਾਲੇ ਉਹਨਾਂ ਦਾ। ਤਾਂ ਮੈਨੂੰ ਤਾਂ ਦੇਖੋ ਇਸ ਗੱਲ ਦਾ ਵੀ ਬੜਾ ਅਫਸੋਸ ਹੈ। ਅਗਰ ਲਵਪ੍ਰੀਤ ਦੀ ਡੈਥ ਹੋਈ ਬੱਚੇ ਦੀ, ਉਹ ਵੀ ਕਿਸੇ ਦਾ ਬੱਚਾ ਸੀ, ਤਾਂ ਉਹਦੇ ਨਾਲ ਵੀ ਹਮਦਰਦੀ ਹੈ। ਅਗਰ ਬੇਅੰਤ ਕੌਰ ਨੇ ਜਾਂ ਬੇਅੰਤ ਕੌਰ ਦੇ ਪਰਿਵਾਰ ਨੇ ਕੋਈ ਕਸੂਰ ਕੀਤਾ ਹੈ ਤਾਂ ਮੈਂ ਉਹਨਾਂ ਦੇ ਹੱਕ ਲਈ ਨਹੀਂ ਖੜਾ। ਮੈਂ ਤਾਂ ਉਹਨਾਂ ਦੇ ਹੱਕ ਲਈ ਕੱਲ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਹੁਣ ਜੁਡੀਸ਼ਰੀ ਦੀ ਮਦਦ ਦੇ ਨਾਲ ਪਰਿਵਾਰ ਇਨਸਾਫ ਲੈਣਾ ਚਾਹੁੰਦਾ ਹੈ, ਤੇ ਜੇ ਕੱਲ ਨੂੰ ਇਹ ਪ੍ਰੂਵ ਹੋ ਜਾਂਦਾ ਹੈ ਕਿ ਬੇਅੰਤ ਕੌਰ ਦੀ ਹੀ ਗਲਤੀ ਹੈ, ਉਸੇ ਕਰਕੇ ਲਵਪ੍ਰੀਤ ਨੇ ਆਪਣੇ ਆਪ ਨੂੰ ਖਤਮ ਕੀਤਾ ਹੈ, ਮੈਂਟਲੀ ਇੰਨਾ ਜ਼ਿਆਦਾ ਉਹ ਪਰੇਸ਼ਾਨ ਅਪਸੈਟ ਹੋ ਚੁੱਕਾ ਸੀ, ਤਾਂ ਕੀ ਤੁਸੀਂ ਬੇਅੰਤ ਕੌਰ ਦੀ ਖਿਲਾਫਤ ਕਰੋਗੇ? ਨਹੀਂ, ਬੇਅੰਤ ਕੌਰ ਨੂੰ ਫਿਰ ਮੈਂ ਚਾਹਾਂਗਾ ਵੀ ਬੇਅੰਤ ਕੌਰ ਨੂੰ ਉਹਦੇ ਗੁਨਾਹ ਦੀ ਸਜ਼ਾ ਮਿਲੇ। ਮੈਂ ਬਿਲਕੁਲ ਚਾਹਾਂਗਾ ਵੀ ਬੇਅੰਤ ਕੌਰ ਨੇ ਅਗਰ ਕੋਈ ਗੁਨਾਹ ਕੀਤਾ ਹੈ, ਕੱਲ੍ਹ ਨੂੰ ਜੁਡੀਸ਼ਰੀ ਦੇ ਵਿੱਚ, ਅਦਾਲਤ ਦੇ ਵਿੱਚ ਟਰਾਇਲ ਹੋ ਕੇ ਅਗਰ ਸਾਬਤ ਹੋ ਜਾਂਦਾ ਵੀ ਉਹਨੇ ਕੀਤਾ ਕੋਈ ਜੁਰਮ, ਤਾਂ ਫਿਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਲਵਪ੍ਰੀਤ ਦਾ ਕਿ ਬੇਅੰਤ ਕੌਰ ਕਹਿੰਦੀ ਕਿ ਮੇਰੇ ਕੋਲ ਤਾਂ ਰੈਂਟ ਪੇ ਕਰਨ ਦੇ ਪੈਸੇ ਨਹੀਂ ਹੈ, ਲਵਪ੍ਰੀਤ ਦੇ ਲਈ ਕਦੀ ਉਹਨੇ ਇੱਕ ਜਰਾਬ ਦਾ ਜੋੜਾ ਵੀ ਨਹੀਂ ਭੇਜਿਆ। ਤਾਂ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਕਿ ਜੇ ਇੰਨੇ ਮਾੜੇ ਹਾਲਾਤ ਬੇਅੰਤ ਦੇ ਸੀਗੇ ਤਾਂ ਉਹ ਆਪਣੇ ਪਰਿਵਾਰ ਨੂੰ ਕਿਉਂ ਬੁਲਾ ਰਹੀ? ਕਿ ਇੱਦਾਂ ਦਾ ਤੁਸੀਂ ਕੁਝ ਦੇਖਿਆ ਕਿ ਬੇਅੰਤ ਕੌਰ ਆਪਣੇ ਪਰਿਵਾਰ ਨੂੰ ਬੁਲਾ ਰਹੀ ਹੈ? ਜੀ ਮੈਨੂੰ ਉਹਨਾਂ ਨੇ ਆਪਣੇ ਪਾਸਪੋਰਟ ਵੀ ਦਿਖਾਏ, ਸਾਰੀ ਫੈਮਿਲੀ ਨੇ
ਲੈ ਕੇ ਆਏ ਮੇਰੇ ਕੋਲ, ਕਹਿੰਦੇ ਜੀ ਸਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ ਵੀ ਸਭ ਦੇ ਵੀਜ਼ੇ ਲੱਗ ਗਏ, ਕੋਈ ਸਾਡਾ ਵੀਜ਼ਾ ਨਹੀਂ ਲੱਗਿਆ, ਸਾਨੂੰ ਕਦੇ ਸਪਾਂਸਰ ਨਹੀਂ ਕੀਤਾ ਲੜਕੀ ਨੇ, ਉਹ ਸਾਰਾ ਕਹਿੰਦੇ ਫੇਕ ਹੈ। ਔਰ ਲੜਕੀ ਮਤਲਬ ਉਹਨਾਂ ਕੋਲ ਚੈਟਸ ਪਈਆਂ ਨੇ, ਉਹ ਕਹਿੰਦੇ ਸੀ ਅਗਰ ਜਦੋਂ ਲੋੜ ਪਈ ਕੋਰਟ 'ਚ ਪੇਸ਼ ਕਰਾਂਗੇ ਵੀ ਲੜਕੇ ਨੂੰ ਪੈਸੇ ਵੀ ਭੇਜ ਰਹੀ ਹੈ, ਉਹਦੇ ਰਿਸ਼ਤੇਦਾਰਾਂ ਨੂੰ ਵੀ, ਭੂਆ ਦੇ ਮੁੰਡੇ ਨੂੰ ਵੀ ਪੈਸੇ ਭੇਜੇ ਨੇ ਉਹਨੇ। ਉਹ ਲੜਕਾ ਉਹਨੂੰ ਕਹਿ ਰਿਹਾ ਮਹਿੰਗੇ ਮਹਿੰਗੇ ਮੋਬਾਈਲ ਭੇਜਣ ਦੀ ਗੱਲ ਕਰ ਰਿਹਾ, ਉਹ ਕਹਿੰਦੀ ਵੀ ਹਲੇ ਮੇਰੀ ਗੁੰਜਾਇਸ਼ ਨਹੀਂ ਭੇਜਣ ਕੌਣ ਦੀ। ਮੰਗ ਰਿਹਾ ਮਹਿੰਗੇ ਮਹਿੰਗੇ ਮੋਬਾਈਲ? ਜਿਹੜਾ ਲੜਕਾ ਮੰਗ ਰਿਹਾ ਉਸ ਤੋਂ ਲੜਕੀ ਤੋਂ, ਲਵਪ੍ਰੀਤ ਮੰਗ ਰਿਹਾ। ਹਾਂ ਲਵਪ੍ਰੀਤ ਮੰਗ ਰਿਹਾ। ਉਹ ਕਹਿੰਦੇ ਅਸੀਂ ਸਾਰਾ ਰਿਕਾਰਡ ਜਦੋਂ ਕੋਈ ਕੋਰਟ ਦੇ ਵਿੱਚ ਮੈਟਰ ਆਏਗਾ ਫਿਰ ਹੀ ਸਾਬਤ ਕਰਨਗੇ। ਲੋਕਾਂ ਦੇ ਜਿਹੜੇ ਲੋਕਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ, ਉਹਨਾਂ ਦੇ ਬਾਰੇ ਤਾਂ ਕੁਝ ਨਹੀਂ ਸਾਬਤ ਕਰਨਾ ਉਹਨਾਂ ਨੇ, ਨਾ ਸਾਬਤ ਹੋ ਸਕਦਾ ਉਹ, ਨਾ ਹੀ ਉਹਦੀ ਕੋਈ ਕਾਨੂੰਨੀ ਵੈਲਿਊ ਹੈ। ਇਸ ਲਈ ਮੈਂ ਇਹ ਕਹਿੰਦਾ ਵੀ ਦੇਸ਼ ਦਾ ਜਿਹੜਾ ਕਾਨੂੰਨ ਹੈ, ਜਿਹੜੇ ਸੋਸ਼ਲ ਮੀਡੀਆ ਨੂੰ ਜੋ ਲੋਕ ਯੂਜ਼ ਕਰਦੇ ਨੇ, ਉਹ ਬੜੇ ਸੰਯਮ ਨਾਲ ਦੋਨੇ ਪੱਖ ਦੇਖਣ, ਦੋਨੇ ਪੱਖ ਦੇਖਣ ਦੇ ਬਾਅਦ ਆਪਣਾ ਜਿਹੜਾ ਹੈਗਾ ਸਾਰੀ ਗੱਲ ਨੂੰ ਸੋਚ ਵਿਚਾਰ ਕੇ ਫਿਰ ਆਪਣਾ ਕੋਈ ਓਪੀਨੀਅਨ ਦੇਣ। ਪਰ ਵਕੀਲ ਸਾਹਿਬ ਤੁਸੀਂ ਦੇਖਿਆ ਜਿਸ ਦਿਨ ਮਨੀਸ਼ਾ ਗੁਲਾਟੀ ਨੇ ਲਵਪ੍ਰੀਤ ਦੇ ਘਰੇ ਆਣਾ ਸੀ, ਤਾਂ ਮੈਨੂੰ ਲੱਗਦਾ ਕਿ ਗਿਣਤੀ ਨਹੀਂ ਹੋਣੀ ਜਿੰਨੇ ਪਰਿਵਾਰ, ਜਿੰਨੇ ਮੁੰਡੇ ਜਿਹੜੇ ਪੀੜਤ ਸਾਨੂੰ ਉੱਥੇ ਆਏ ਹੋਏ ਸੀ, ਜਿਨ੍ਹਾਂ ਨੇ 30 40 50 ਲੱਖ ਲਗਾ ਕੇ ਘਰ ਵਾਲੀਆਂ ਨੂੰ ਬਾਹਰ ਭੇਜਿਆ ਤੇ ਉੱਥੇ ਜਾ ਕੇ ਸਾਰੀਆਂ ਮੁਕਰ ਗਈਆਂ। ਤਾਂ ਇੱਕ ਤਰ੍ਹਾਂ ਦੇ ਨਾਲ ਜੱਜ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਤੁਸੀਂ ਵੀ ਮੀਡੀਆ ਟ੍ਰਾਇਲਸ ਦੀ ਗੱਲ ਕੀਤੀ ਹੈ, ਤਾਂ ਹੁਣ ਹਰ ਕੁੜੀ ਨੂੰ ਇੱਕੋ ਤਕੜੀ ਦੇ ਵਿੱਚ ਤੋਲਿਆ ਜਾ ਰਿਹਾ ਕਿ ਕੈਨੇਡਾ ਜਾਣ ਵਾਲੀਆਂ ਠੱਗ ਹੁੰਦੀਆਂ। ਸ਼ਾਇਦ ਇਹ ਉਹ ਲੋਕ ਨੇ ਜਿਹੜੇ ਫਰਸਟ੍ਰੇਟਡ ਲੋਕ ਨੇ ਜਿਹੜੇ ਇਹ ਗੱਲ ਕਰ ਰਹੇ ਨੇ। ਔਰ ਜੋ ਡਾਟਾਜ਼ ਜੋ ਅਵੇਲੇਬਲ ਹੈਗੇ ਨੇ, ਕ੍ਰਾਈਮ ਦੇ ਡਾਟਾਜ਼ ਹੈਗੇ ਨੇ, ਪੰਜਾਬ ਦੇ ਵਿੱਚ ਤਕਰੀਬਨ 40,000 ਦੇ ਕਰੀਬ ਲੜਕੀਆਂ ਐਸੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਚੀਟਿੰਗ ਹੋਈ, ਜਿਨ੍ਹਾਂ ਦੇ ਮਾਪਿਆਂ ਤੋਂ 50 ਲੱਖ ਰੁਪਏ ਲੜਕਿਆਂ ਨੇ ਲਾ ਕੇ ਬਾਹਰੋਂ ਆ ਕੇ ਸ਼ਾਦੀਆਂ ਕਰਾਈਆਂ, ਬਾਅਦ ਦੇ ਵਿੱਚ ਉਹਨੂੰ ਲੈ ਕੇ ਨਹੀਂ ਗਏ। ਔਰ ਉੱਥੇ ਬਾਅਦ 'ਚ ਇਹ ਪਤਾ ਲੱਗਿਆ ਵੀ ਇਹਦੇ ਤਾਂ ਪਹਿਲਾਂ ਬੱਚੇ ਸੀ ਉੱਥੇ ਮੁੰਡੇ ਦੇ, ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਜਾਂ ਕਿਸੇ ਜਿਹੜੀ ਵੀ ਕੰਟਰੀ 'ਚ ਰਹਿੰਦਾ ਸੀ, ਤੇ ਚੀਟਿੰਗ ਹੋਈ, ਤਾਂ ਉਹਨਾਂ ਤੋਂ ਅੱਜ ਤੱਕ ਕੋਈ ਸੁਣਵਾਈ ਨਹੀਂ ਕਿਸੇ ਦੀ ਹੋ ਰਹੀ। ਤੇ ਇਹੀ ਡਾਟਾ ਮੁੰਡਿਆਂ ਬਾਰੇ ਕੀ ਕਹਿੰਦਾ, ਕਿੰਨੇ ਕੁ ਮੁੰਡਿਆਂ ਦੇ ਨਾਲ ਧੋਖੇ ਹੋਏ? ਤੁਸੀਂ ਅਗਰ ਦੇਖੋ ਐਵਰੇਜ ਦੇ ਵਿੱਚ ਕੁਝ ਵੀ ਨਹੀਂ ਹੈ। ਅਗਰ ਉਹ 40,000 ਹੈ ਤਾਂ ਇੱਧਰ 400 ਵੀ ਨਹੀਂ ਹੋਣਾ। ਲੜਕੀਆਂ ਵੀ ਗਲਤ ਹੁੰਦੀਆਂ, ਮੈਂ ਨਹੀਂ ਕਹਿੰਦਾ ਵੀ ਲੜਕੀਆਂ ਵੀ ਗਲਤ ਨਹੀਂ ਹੁੰਦੀਆਂ, ਲੜਕੀਆਂ ਵੀ ਗਲਤ ਹੋ ਸਕਦੀਆਂ, ਕ੍ਰਾਈਮ ਤਾਂ ਕੋਈ ਵੀ ਕਰ ਸਕਦਾ ਹੈ, ਪਰ ਇਹ ਨਹੀਂ ਹੈ ਵੀ ਅਗਰ ਬਿਨਾਂ ਕਿਸੇ ਨੂੰ ਸੁਣੇ, ਬਿਨਾਂ ਕਿਸੇ ਨੂੰ ਫਾਂਸੀ ਤੇ ਸੂਲੀ ਤੇ ਟੰਗ ਦਿਓ। ਪਰ ਹੁਣ ਇਹ ਚੀਜ਼ ਬਹੁਤ ਕਾਮਨ ਹੋ ਚੁੱਕੀ ਹੈ ਨਾ ਕਿ ਮੁੰਡੇ ਆਇਲਸ ਕਰਨ ਵਾਲੀ ਕੁੜੀ ਭਾਲਦੇ ਨੇ। ਅੱਜਕੱਲ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਇਹੀ ਦਿੱਤੇ ਜਾਂਦੇ ਨੇ ਕਿ 6 ਬੈਂਡ ਵਾਲੀ ਕੁੜੀ ਚਾਹੀਦੀ ਹੈ ਜਿਹੜੀ ਮੁੰਡੇ ਨੂੰ ਬਾਹਰ ਲੈ ਜਾਏ। ਤਾਂ ਇਹ ਚੀਜ਼ਾਂ ਕਾਮਨ ਹੋ ਚੁੱਕੀਆਂ ਨੇ, ਤਾਂ ਮੁੰਡਿਆਂ ਨੂੰ ਮੂਰਖ ਜ਼ਿਆਦਾ ਬਣਾਇਆ ਜਾ ਰਿਹਾ ਅੱਜਕੱਲ। ਨਹੀਂ ਮੈਡਮ, ਇਸ ਕੇਸ ਦੇ ਵਿੱਚ ਤਾਂ ਇਹ ਹੈ ਵੀ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਸੀ। ਇਹ ਕੋਈ ਉਹ ਤਾਂ ਹੁੰਦੀਆਂ ਜਿਹੜੀ ਕੰਟੈਕਟ ਮੈਰਿਜ ਹੁੰਦੀਆਂ ਵੀ ਅਸੀਂ ਇੰਨੇ ਪੈਸੇ ਲਾਵਾਂਗੇ ਸਾਡੇ ਮੁੰਡੇ ਨੂੰ ਬਾਹਰ ਲੈ ਕੇ ਜਾਊ। ਇਹ ਤਾਂ ਰਿਸ਼ਤੇਦਾਰ ਸੀਗੇ, ਇਹ ਤਾਂ ਅਰੇਂਜ ਮੈਰਿਜ ਸੀਗੀ। ਇਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਸੀਗਾ ਇਸ ਗੱਲ ਦਾ ਕੋਈ। ਔਰ ਨਾ ਹੀ ਅੱਜ ਤੱਕ ਇਹ ਗੱਲ ਕਦੇ ਆਈ ਹੈ ਵੀ ਆਹ ਸੈਟਲਮੈਂਟ ਹੋਈ ਸੀ ਕੋਈ। ਫਿਰ ਤਾਂ ਲੜਕੇ ਵਾਲੇ ਚੀਕ ਚੀਕ ਕੇ ਕਹਿੰਦੇ ਨਾ ਵੀ ਆਹ ਸੈਟਲਮੈਂਟ ਹੋਈ ਸੀ, ਵੀ ਇੰਨੇ ਪੈਸੇ ਲਾਣੇ ਸੀ, ਆਹ ਕੀਤਾ, ਆਹ ਇਸ ਤਰ੍ਹਾਂ ਕਰਨਾ ਸੀ, ਕੋਈ ਗੱਲਬਾਤ ਹੋਈ ਸੀ। ਉਹ ਤਾਂ ਕਿਉਂਕਿ ਰਿਸ਼ਤੇਦਾਰ ਸੀ ਆਪਸ ਦੇ ਵਿੱਚ। ਤੁਸੀਂ ਜਿਹੜੀ ਆ ਸੁਸਾਈਡ ਨੋਟ ਕੈਮਰਾਮੈਨ ਰਾਜਵਿੰਦਰ ਟੋਨੀ ਤੁਹਾਨੂੰ ਦਿਖਾਣਗੇ, ਤੁਸੀਂ ਕਹਿ ਰਹੇ ਹੋ ਕਿ 2019 ਦਾ ਇਹ ਸੁਸਾਈਡ ਨੋਟ ਹੈ ਜਿਹੜਾ ਕਿ ਲਵਪ੍ਰੀਤ ਨੇ ਆਪਣੇ ਹੱਥੀਂ ਲਿਖਿਆ ਤੇ ਇਸ ਦੀ ਤਸਵੀਰ ਖਿੱਚ ਕੇ ਬੇਅੰਤ ਨੂੰ WhatsApp ਤੇ ਭੇਜ ਦਿੱਤੀ। ਤੇ ਉਸ ਤੋਂ ਬਾਅਦ ਬੇਅੰਤ ਨੇ ਅਪੀਲ ਕੀਤੀ ਆਪਣੀ ਨਨਾਣ ਨੂੰ ਕਿ ਘਰੇ ਜਾ ਕੇ ਦੱਸੋ ਕਿ ਲਵਪ੍ਰੀਤ ਦੀ ਮਾਨਸਿਕ ਸਥਿਤੀ ਇਸ ਵੇਲੇ ਇਹ ਹੈ, ਉਹ ਕੁਝ ਕਰ ਸਕਦਾ ਹੈ, ਤਾਂ ਉਸ ਨੂੰ ਬਚਾ ਲਓ। ਤਾਂ ਤੁਹਾਨੂੰ ਕੀ ਲੱਗਦਾ ਕਿ ਡਿਪਰੈਸ਼ਨ ਦੇ ਵਿੱਚ ਸੀਗਾ? ਦੇਖੋ ਜੀ, ਅੱਜ ਕੱਲ੍ਹ ਤੁਸੀਂ ਰੋਜ਼ ਦੇਖਦੇ ਹੋ, ਨਿਊਜ਼ਪੇਪਰ 'ਚ ਦੇਖਦੇ ਹੋ, ਮੀਡੀਆ ਤੇ ਦੇਖਦੇ ਹੋ, ਐਵਰੇਜ 30-40 ਕਿਸਾਨ ਪੰਜਾਬ ਦੇ ਵਿੱਚ ਰੋਜ਼, ਪੰਜਾਬ ਹਰਿਆਣੇ ਦੇ ਵਿੱਚ, ਜੇ ਕਿਸੇ ਲੱਖ ਰੁਪਇਆ ਕਰਜ਼ਾ ਉਹ ਵੀ ਸੁਸਾਈਡ ਕਰ ਰਿਹਾ, ਸਿਰਫ 1 ਲੱਖ ਦੇ ਕਰਜ਼ੇ ਪਿੱਛੇ। ਉਹਨੂੰ ਤਾਂ ਕਿਸੇ ਨੇ ਇਨਵੈਸਟੀਗੇਟ ਨਹੀਂ ਕੀਤਾ ਹੁੰਦਾ, ਸੁਸਾਈਡ ਕਰਨ ਲਈ ਮਜਬੂਰ ਨਹੀਂ ਕੀਤਾ ਹੁੰਦਾ। ਬੈਂਕ ਦਾ ਲੋਨ ਹੈ, ਫਸਲ ਮਰ ਗਈ, ਉਹਦੀ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਈ ਤਾਂ ਸੁਸਾਈਡ ਕਰ ਰਿਹਾ, ਕੋਈ ਫਾਹਾ ਲੈ ਕੇ ਮਰ ਰਿਹਾ, ਕੋਈ ਸਪਰੇਅ ਪੀ ਕੇ ਮਰ ਰਿਹਾ। ਤਾਂ ਅੱਜ ਕੱਲ੍ਹ ਤੁਸੀਂ ਕੱਲ੍ਹ ਦੇ ਟ੍ਰਿਬਿਊਨ ਦੇ ਵਿੱਚ ਵੀ ਮੈਂ ਪੜ੍ਹ ਰਿਹਾ ਸੀ, ਤੇ ਜਦੋਂ ਦਾ ਲੋਕਡਾਊਨ ਲੱਗਿਆ, ਜਦੋਂ ਦੀ ਇਹ ਕਰੋਨਾ ਮਹਾਮਾਰੀ ਪੂਰੇ ਵਰਲਡ 'ਚ ਆਈ ਹੈ, ਤਾਂ ਹਿੰਦੁਸਤਾਨ ਦੇ ਤਕਰੀਬਨ 49% ਲੋਕ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ। ਪਰ ਲਵਪ੍ਰੀਤ ਦੇ ਡਿਪਰੈਸ਼ਨ ਦਾ ਕਾਰਨ ਹੀ ਬੇਅੰਤ ਸੀ, ਉਸ ਦਾ ਪਰਿਵਾਰ ਕਹਿ ਰਿਹਾ। ਨਹੀਂ, ਉਹਨਾਂ ਦਾ ਇੱਕ ਤਰਫਾ ਵਰਸ਼ਨ ਹੈ ਨਾ ਜੀ। ਕੀ ਪਤਾ ਹੈ ਉਹਦੀ ਮਾਨਸਿਕ ਹਾਲਤ ਕੀ ਸੀ ਉਹਦੀ। ਕਿਉਂਕਿ ਸਿਜ਼ੋਫਰੀਨੀਆ ਇੱਕ ਐਸੀ ਬਿਮਾਰੀ ਹੈ, ਉਹਨੂੰ ਬੰਦੇ ਨੂੰ ਇਹ ਲੱਗਦਾ ਮੈਨੂੰ ਕੋਈ ਚੀਜ਼ ਪਰਮਾਤਮਾ ਵੱਲੋਂ ਕਮਾਂਡ ਕਰ ਰਹੀ ਹੈ ਵੀ ਸੁਸਾਈਡ ਕਰਾਂ, ਬੰਦਾ ਨਹੀਂ ਸੁਸਾਈਡ ਕਰਦਾ, ਉਹ ਫਿਰ 5 ਸਾਲ ਬਾਅਦ ਕਰ ਜਾਂਦਾ ਜਾ ਕੇ, ਉਹ ਕੰਟੀਨਿਊਸ ਹੈ, ਉਹਦਾ ਕੋਈ ਟ੍ਰੀਟਮੈਂਟ ਹੀ ਕੋਈ ਨਹੀਂ ਹੈ। ਇਸ ਤਰ੍ਹਾਂ ਜਿਹੜੀ ਮੈਂਟਲ ਡਿਪਰੈਸ਼ਨ ਦੀ ਬਹੁਤ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਬਾਰੇ। ਬੇਅੰਤ ਨਾਲ ਤੁਹਾਡੀ ਗੱਲ ਹੋਈ ਹੈ? ਨਹੀਂ, ਬੇਅੰਤ ਕੌਰ ਨਾਲ ਮੇਰੀ ਗੱਲ ਨਹੀਂ ਹੋ ਸਕੀ। ਮੇਰੇ ਕੋਲ ਤਾਂ ਕੱਲ ਫਸਟ ਟਾਈਮ ਹੀ ਮਿਲੇ ਸੀ, ਮੈਨੂੰ ਪੁੱਛਦੇ ਪਛਾਣਦੇ ਮੇਰੇ ਕੋਲ ਆ ਗਏ ਉਹ, ਕਿਉਂਕਿ ਦੇ ਵਰ ਨਾਟ ਨੋਨ ਟੂ ਮੀ, ਆਈ ਵਾਜ ਨਾਟ ਨੋਨ ਟੂ ਦੈਮ। ਉਹ ਆਏ ਤੇ ਉਹਨਾਂ ਨੇ ਸਾਰੀ ਗੱਲ ਕੀਤੀ ਵੀ ਤੁਸੀਂ ਕੈਨੇਡਾ ਦਾ ਕੇਸ ਕੀਤਾ ਸੀਗਾ, ਜੱਸੀ ਮਰਡਰ ਕੇਸ। ਮੈਂ ਕਿਹਾ ਹਾਂ ਕੀਤਾ ਸੀ। ਕਹਿ ਰਹੇ ਜੀ ਉਹ 'ਚ ਤੁਸੀਂ ਮਿੱਠੂ ਬੜਾ ਗਰੀਬ ਸੀ। ਮੈਂ ਕਿਹਾ ਹਾਂ ਬੜਾ ਗਰੀਬ ਸੀ। ਤੁਸੀਂ ਕਹਿੰਦਾ ਜੀ ਉਹ ਤਾਂ ਪੈਸੇ ਨਹੀਂ ਸੀ ਲਾ ਸਕਦਾ। ਮੈਂ ਕਿਹਾ ਸਾਰੇ ਮੀਡੀਆ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਵੀ ਮੈਂ ਇੱਕ ਇਨਸਾਨੀ ਦੇ ਤੌਰ ਤੇ 20 ਸਾਲ ਤੋਂ ਲੜਦਾ ਆ ਰਿਹਾ ਕੇਸ, ਹੁਣ ਵੀ ਲੜ ਰਿਹਾ ਉਹਦਾ ਕੇਸ। ਤੇ ਇਹੀ ਜਾਣ ਕੇ, ਇਹੀ ਪਤਾ ਕਰਵਾ ਕੇ ਜੇ ਲਵਪ੍ਰੀਤ ਦਾ ਪਰਿਵਾਰ ਤੁਹਾਡੇ ਕੋਲ ਇਨਸਾਫ ਲੈਣ ਦੇ ਲਈ ਆ ਜਾਂਦਾ ਹੈ, ਤਾਂ ਕਿੱਦਾਂ ਦੇਖੋਗੇ ਇਸ ਕੇਸ ਨੂੰ, ਕਿਵੇਂ ਜੱਜ ਕਰੋਗੇ ਇਸ ਕੇਸ ਨੂੰ, ਕਿਵੇਂ ਅੱਗੇ? ਲਵਪ੍ਰੀਤ ਦਾ ਪਰਿਵਾਰ ਮੇਰੇ ਕੋਲ ਆ ਜਾਂਦਾ ਜੀ, ਤਾਂ ਮੈਂ ਉਹਨਾਂ ਲਈ ਅਗਰ ਜੋ ਵੀ ਉਹਨਾਂ ਦਾ ਪੱਖ ਸੀ ਉਹ ਰੱਖਦਾ। ਅਗਰ ਲਵਪ੍ਰੀਤ ਦਾ ਪਰਿਵਾਰ ਆਉਂਦਾ ਮੇਰੇ ਕੋਲ, ਤੇ ਜਿਹੜੀ ਸਟੋਰੀ ਉਹਨਾਂ ਨੇ, ਕੋਈ ਮੈਨੂੰ ਦੂਜੀ ਸਾਈਡ ਦੀ ਸਟੋਰੀ ਦਾ ਨਹੀਂ ਸੀ ਪਤਾ ਹੋਣਾ। ਹੁਣ ਤਾਂ ਇਹ ਹੈ ਨਾ ਵੀ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸੀ, ਉਹਨਾਂ ਨੇ ਆਪਣੀ ਸਟੋਰੀ ਆ ਕੇ ਰੱਖੀ, ਮੈਨੂੰ ਡਾਕੂਮੈਂਟਸ ਦਿਖਾਏ। ਮੈਂ ਤਾਂ ਸਿਰਫ ਡਾਕੂਮੈਂਟਸ ਦੇ ਬੇਸਿਸ ਦੇ ਉੱਪਰ ਗੱਲ ਕਰ ਰਿਹਾ, ਮੇਰਾ ਪਰਸਨਲ ਓਪੀਨੀਅਨ ਕੋਈ ਨਹੀਂ।
ਮੈਂ ਜਿਹੜੇ ਡਾਕੂਮੈਂਟਸ ਲਵਪ੍ਰੀਤ ਦਾ ਪਰਿਵਾਰ ਆ ਕੇ ਤੁਹਾਨੂੰ ਫੜਾਏਗਾ, ਦੋ ਵੱਖਰੇ ਵੱਖਰੇ ਡਾਕੂਮੈਂਟਸ ਹੋਣਗੇ, ਕਿਉਂਕਿ ਇਹ ਸੁਸਾਈਡ ਨੋਟ ਕੁਝ ਹੋਰ ਕਹਿ ਰਿਹਾ ਹੈ, ਇਹ ਚੈਟਸ ਕੁਝ ਹੋਰ ਕਹਿ ਰਹੀਆਂ ਨੇ, ਜਿਸ ਵਿੱਚ ਬੇਅੰਤ ਕੌਰ ਆਪਣੀ ਨਨਾਣ ਨੂੰ ਅਪੀਲ ਕਰ ਰਹੀ ਹੈ ਕਿ ਘਰ ਜਾ ਕੇ ਲਵਪ੍ਰੀਤ ਦਾ ਹਾਲ ਜਾਣ। ਮੈਂ ਜਿਹੜੀ ਦੋਨਾਂ ਦੀ ਚੈਟਸ ਨੇ ਨਾ ਜੀ, ਉਹਨਾਂ ਕੋਲੇ ਸਾਰਾ ਰਿਕਾਰਡ ਹੈਗਾ ਬੇਅੰਤ ਕੌਰ ਦੇ ਪੇਰੈਂਟਸ ਕੋਲੇ। ਉਹ ਮੈਂ ਉਹਨਾਂ ਦੀ ਲਗਾਤਾਰ ਜਿਹੜੀ ਜਦੋਂ ਦੀ ਸ਼ਾਦੀ ਹੋਈ ਤੇ ਲਵਪ੍ਰੀਤ ਦੀ ਡੈਥ ਤੱਕ ਦੀਆਂ ਜਿੰਨੀਆਂ ਚੈਟਸ ਉਹਨਾਂ ਨੇ ਸਾਰੀਆਂ ਦਿਖਾਈਆਂ, ਉਹਨਾਂ 'ਚ ਮੈਨੂੰ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਲੜਕੇ ਨੇ ਕੋਈ ਐਸੇ ਜਾਂ ਲੜਕੀ ਨੇ ਕੋਈ ਐਸੇ ਹਾਲਾਤ ਪੈਦਾ ਕਰਤੇ ਵੀ ਜਿਹਦੇ ਕਰਕੇ ਉਹ ਮਰਨ ਲਈ ਮਜਬੂਰ ਹੋ ਗਿਆ। ਸੁਸਾਈਡ ਦੀ ਤਾਂ ਕੋਈ ਅਬੈਟਮੈਂਟ ਟੂ ਸੁਸਾਈਡ ਦੀ ਤਾਂ ਕੋਈ ਇਨਗਰੀਡੀਐਂਟ ਇੱਕ ਵੀ ਨਹੀਂ ਹੈ, ਕਿਉਂਕਿ ਜਿਹੜਾ ਅਬੈਟਮੈਂਟ ਟੂ ਸੁਸਾਈਡ ਹੈ ਜੀ ਸੈਕਸ਼ਨ 306 ਦੇ ਵਿੱਚ ਡਿਫਾਈਨਡ ਹੈ ਪੂਰਾ। ਉਹਦੇ 'ਚ ਹੈ ਟੂ ਇੰਸਟੀਗੇਟ ਏ ਪਰਸਨ ਟੂ ਕਮਿਟ ਸੁਸਾਈਡ ਵਿਦ ਇਮੀਡੀਏਟ ਇਫੈਕਟ, ਕਿਉਂਕਿ ਮੰਗ ਵੀ ਕੀਤੀ ਜਾ ਰਹੀ ਹੈ ਕਿ ਧਾਰਾ ਲੱਗਣੀ ਚਾਹੀਦੀ ਹੈ। ਹਾਂ, ਤਾਂ ਉਹ ਜਿਹੜੀ ਧਾਰਾ ਲੱਗਣੀ ਹੈ, ਦੇਖੋ ਅਗਰ ਜਿਹੜੀ ਰਿਪੋਰਟ ਦੀ ਗੱਲ ਕੀਤੀ ਜਾ ਰਹੀ ਹੈ ਹੁਣ, ਤੇ ਜੱਸੀ ਮਰਡਰ ਕੇਸ ਦੇ ਵਿੱਚ ਉਹਦੇ ਪੇਰੈਂਟਸ ਜਿਹੜੇ ਸੀਗੇ ਉਹ ਮੇਨ ਕਲਪਰੇਟ ਸੀਗੇ, ਉਹਦਾ ਮਾਮਾ ਤੇ ਜੱਸੀ ਦੀ ਮਦਰ, ਜਿਨ੍ਹਾਂ ਨੇ ਕਿ ਇੱਥੇ ਜਿਹੜੇ ਕੰਟੈਕਟ ਕਿਲਰਸ ਨੂੰ ਸਪਾਰੀ ਦੇ ਕੇ ਜੱਸੀ ਦਾ ਮਰਡਰ ਕਰਵਾਇਆ ਸੀ ਤੇ ਮਿੱਠੂ ਨੂੰ ਆਪਣੀ ਵੱਲੋਂ ਮਾਰ ਕੇ ਸਿੱਟ ਗਏ ਸੀ, ਪਰ ਉਹਦੀ ਜਾਨ ਬਚ ਗਈ ਸੀ ਤੇ ਉਹਨੇ FIR ਲੌਂਚ ਕਰਾਤੀ ਸੀ। ਤੇ ਉਹਦਾ ਵੀ ਜਿਹੜਾ ਕੇਸ ਸੀਗਾ, ਜਦੋਂ ਹਿੰਦੁਸਤਾਨ ਦੀ ਗਵਰਨਮੈਂਟ ਨੇ ਐਕਸਟ੍ਰੈਡੀਸ਼ਨ ਲਈ ਲਿਖਿਆ ਉਹਨਾਂ ਲਈ, ਤਾਂ ਉਹਨਾਂ ਨੇ ਪੂਰਾ ਉਹਨਾਂ ਦੀ ਕੋਰਟ ਦੇ ਵਿੱਚ ਟਰਾਇਲ ਹੋਈ ਉੱਥੇ ਕੈਨੇਡਾ ਦੇ ਵਿੱਚ। ਰਾਇਲ ਮਾਊਂਟਡ ਪੁਲਿਸ ਵੀ ਇੱਥੇ ਆਉਂਦੀ ਰਹੀ, ਮੇਰੇ ਨਾਲ ਵੀ ਇੰਟਰਵਿਊ ਕੀਤਾ। ਉਹ ਸਾਰਾ ਕੁਝ ਉਹਨਾਂ ਨੇ ਕਰਨ ਦੇ ਬਾਅਦ ਇੱਥੇ ਦੀ ਟਰਾਇਲ ਨੂੰ ਵੀ ਵਾਚ ਕੀਤਾ, ਇੱਥੇ ਦੀ ਸਾਰੀ ਐਵੀਡੈਂਸ ਵੀ ਕਲੈਕਟ ਕੀਤੀ। ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਸਰਕਾਰ ਨੂੰ ਵੀ ਹਾਂ ਲੀਗਲ ਐਵੀਡੈਂਸ ਇਹਨਾਂ ਦੇ ਖਿਲਾਫ ਹੈ, ਫਿਰ 20 ਸਾਲ ਦੇ ਬਾਅਦ ਉਹਨਾਂ ਨੇ 2000 ਦੀ FIR ਸੀ ਉਹ ਜੂਨ 2000 ਦੀ, ਔਰ 2020 ਦੇ ਵਿੱਚ ਰਿਪੋਰਟ ਕਰਕੇ ਭੇਜਿਆ ਇੰਡੀਆ ਉਹਨਾਂ ਨੇ। ਤੇ ਇਸ ਤਰ੍ਹਾਂ ਨਹੀਂ ਵੀ ਲੋਕ ਇਹ ਕਹਿ ਦੇਣਗੇ ਸੋਸ਼ਲ ਮੀਡੀਆ 'ਤੇ ਰਿਪੋਰਟ ਕਰ ਦਿਓ, ਇਹਨਾਂ ਦਾ ਰਿਪੋਰਟ ਹੋ ਗਿਆ। 20 ਸਾਲ ਲੱਗੇ। ਹਾਂ 20 ਸਾਲ ਲੱਗੇ ਸੀ। ਮੈਡਮ ਮਨੀਸ਼ਾ ਗਲਾਟੀ ਬਾਰੇ ਵੀ ਗੱਲ ਕੀਤੀ ਸੀ ਮੈਂ, ਠੀਕ ਹੈ, ਆਫ ਕੋਰਸ ਵੀ ਬੜੀ ਡੈਸ਼ਿੰਗ ਪਰਸਨੈਲਿਟੀ ਹੈ ਉਹਨਾਂ ਦੀ, ਔਰ ਮੈਂ ਤਾਂ ਉਹਨਾਂ ਨੂੰ ਵੀ ਦੇਖੋ ਇਸ ਇੰਟਰਵਿਊ ਰਾਹੀਂ ਅਪੀਲ ਕਰਨਾ ਚਾਹਾਂਗਾ ਵੀ ਚਾਹੇ ਲੜਕੇ ਦਾ ਪੱਖ ਹੋਵੇ ਜਾਂ ਲੜਕੀ ਦਾ, ਦੋਨਾਂ ਦਾ ਪੱਖ ਸੁਣ ਕੇ ਜਿਹੜਾ ਵੀ ਗਿਲਟੀ ਹੈ ਉਹਨੂੰ ਖਿੱਚਿਆ ਜਾਵੇ। ਵਕੀਲ ਸਾਹਿਬ, ਮੁੰਡੇ ਦਾ ਪਰਿਵਾਰ ਇਲਜ਼ਾਮ ਲਗਾ ਰਿਹਾ ਕਿ ਕੁੜੀ ਜਿਹੜਾ ਉੱਥੇ ਬॉयਫ੍ਰੈਂਡ ਬਣਾਇਆ ਹੋਇਆ ਕੈਨੇਡਾ ਦੇ ਵਿੱਚ, ਉਹਦੇ ਨਾਲ ਮੂਵ ਹੋ ਗਈ ਹੈ, ਦੂਜੀ ਸਿਟੀ ਭੱਜ ਗਈ ਹੈ, ਕੁੜੀ ਇੰਟਰਵਿਊਜ਼ ਦੇ ਰਹੀ ਹੈ, ਕੰਨਾਂ ਦੇ ਵਿੱਚ ਐਪਲਗਸ ਲਗਾਏ ਹੋਏ ਨੇ, ਤਾਂ ਉਹਨੂੰ ਹੈ ਹੀ ਨਹੀਂ ਕਿ ਮੇਰਾ ਘਰ ਵਾਲਾ ਮਰ ਗਿਆ। ਨਹੀਂ ਮੈਡਮ, ਇਹ ਤਾਂ ਦੇਖੋ ਇਹ ਗੱਲਾਂ ਟਰਾਇਲ ਦੀਆਂ ਗੱਲਾਂ ਨੇ। ਕਾਨੂੰਨ ਦੇ ਵਿੱਚ ਕੋਈ ਚੀਜ਼ ਸਾਬਤ ਕਰਨੀ ਪਏਗੀ ਨਾ, ਤੁਹਾਨੂੰ ਪ੍ਰੂਫ ਕਰਨਾ ਪਏਗਾ। ਮੈਂ ਕਿਸੇ ਨਾਲ ਮੇਰੀ ਗੱਲ ਵਕੜੀ ਪਾਈ ਫੋਟੋ ਹੈ ਤਾਂ ਇਹਦਾ ਮਤਲਬ ਮੇਰੇ ਕੋਈ ਨਜਾਇਜ਼ ਸੰਬੰਧ ਨਹੀਂ ਉਹਦੇ ਨਾਲ। ਅੱਜ ਕੱਲ੍ਹ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ, ਮੈਰਿਜਸ ਦੇ ਵਿੱਚ ਲੜਕੀਆਂ ਰਿਸ਼ਤੇਦਾਰੀ ਦੀਆਂ ਲੜਕੀਆਂ ਲੜਕੇ ਕਿੰਨੀ ਇਕੱਠੇ ਹੋਏ ਹੁੰਦੇ ਫਰੈਂਡਸ, ਉਹ ਇਕੱਠੇ ਨੱਚਦੇ ਨੇ ਟੱਪਦੇ ਨੇ, ਉਹਨਾਂ ਦੀ ਫੋਟੋਗ੍ਰਾਫੀ ਹੁੰਦੀ ਹੈ ਤਾਂ ਕਿ ਉਹ ਰਿਲੇਸ਼ਨ ਗਲਤ ਹੋ ਗਏ ਉਹਨਾਂ ਦੇ, ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ। ਯੂਨੀਵਰਸਿਟੀ ਦੇ ਵਿੱਚ ਗਰੁੱਪ ਹੈ ਸਟੂਡੈਂਟਸ ਦਾ, ਉਹ ਇਕੱਠੇ ਬਾਹਾਂ 'ਚ ਬਾਹਾਂ ਆ ਕੇ ਫੋਟੋ ਖਿਚਾਉਂਦੇ ਨੇ ਇੱਕ ਦੂਜੇ ਨਾਲ, ਇੱਕ ਦੂਜੇ ਨੂੰ ਹੱਗ ਕਰਦੇ ਨੇ। ਇਹਦਾ ਕਾਮਨ ਹੈ ਕੈਨੇਡਾ ਅਮਰੀਕਾ ਦੇ ਵਿੱਚ, ਹੁੰਦਾ ਆਪਣੀ ਚੰਡੀਗੜ੍ਹ 'ਚ ਵੀ ਕਾਮਨ ਹੈ। ਤੇ ਜੇ ਹੁਣ ਪਿੰਡਾਂ ਦੇ ਲੋਕ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਪਾ ਰਹੇ ਇਸ ਗੱਲ ਨੂੰ, ਤੇ ਉਹਨੂੰ ਗਲਤ ਤਰੀਕੇ ਨਾਲ ਦੇਖਦੇ ਨੇ, ਤਾਂ ਇਹ 'ਚ ਆਪਾਂ ਕੀ ਕਰ ਸਕਦੇ ਹਾਂ। ਵਕੀਲ ਸਾਹਿਬ, ਇਹਨਾਂ ਮਸਲਿਆਂ ਦਾ ਹੱਲ ਕਿਵੇਂ ਨਿਕਲੇਗਾ? ਵੱਡੀ ਗਿਣਤੀ ਦੇ ਵਿੱਚ ਇਹਦੇ ਮਸਲਿਆਂ ਦਾ ਹੱਲ ਤਾਂ ਇਹਨੇ ਜੀ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਦੇਖੋ ਐਜੂਕੇਟ ਕਰਨਾ ਪਏਗਾ। ਜਿਹੜੇ ਲੋਕ ਸੋਸ਼ਲ ਮੀਡੀਆ ਨੂੰ ਇੱਕ ਮਜ਼ਾਕ ਬਣਾ ਰੱਖਿਆ ਹੈ, ਇਹਨੂੰ ਇੱਕ ਟਾਈਮ ਪਾਸ ਦਾ ਜ਼ਰੀਆ ਬਣਾ ਰੱਖਿਆ ਹੈ, ਤਾਂ ਉਹ ਲੋਕਾਂ ਨੂੰ ਐਜੂਕੇਟ ਕਰਨਾ ਪਏਗਾ, ਲੋਕਾਂ ਨੂੰ ਕਾਨੂੰਨ ਬਾਰੇ, ਲੋਕਾਂ ਨੂੰ ਅਦਰਵਾਈਜ਼ ਜਿਹੜੀ ਹੈ ਪ੍ਰੋਪਰ ਗਾਈਡੈਂਸ ਦੀ ਲੋੜ ਹੈਗੀ ਹੈ। ਔਰ ਮੈਂ ਨਹੀਂ ਕਹਿੰਦਾ ਵੀ ਤੁਹਾਡੇ ਲੋਕ ਸਮਝਦਾਰ ਨਹੀਂ, ਸਾਡੇ ਲੋਕ ਬੜੇ ਸਮਝਦਾਰ ਨੇ, ਪਰ ਇਹ ਵੀ ਇੱਕ ਤਰਫਾ ਜਿਹੜੀ ਗੱਲ ਕਾਨੂੰਨ ਦੇ ਵਿੱਚ ਕਦੇ ਨਹੀਂ ਮੰਨੀ ਜਾਣੀ। ਜਦੋਂ ਦੋਨੇ ਪੱਖ ਸੁਣ ਕੇ ਜੱਜ ਨੇ ਫੇਰ ਹੀ ਫੈਸਲਾ ਕਰਨਾ ਹੁੰਦਾ, ਟਰਾਇਲ ਹੋਣੀ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਹੋਣੀ ਹੈ। ਅਗਰ ਕੋਈ ਪੁਲਿਸ ਇਹਦੇ ਖਿਲਾਫ ਕੋਈ ਸਬੂਤ ਸਫਾ ਮਿਸਲ ਦੇ ਉੱਪਰ ਕੋਈ ਆਏਗੀ ਵੀ ਹਾਂ 306 ਮੇਡ ਆਊਟ ਹੁੰਦੀ ਹੈ, ਫਿਰ ਹੀ FIR ਹੋਏਗੀ। ਹਾਲੇ ਤਾਂ ਕੋਈ FIR ਹੀ ਨਹੀਂ ਹੈ, ਹਾਲੇ ਤਾਂ ਐਲੀਗੇਸ਼ਨ ਔਰ ਕਾਊਂਟਰ ਐਲੀਗੇਸ਼ਨ ਨੇ। ਉਹ ਜਿੰਨੇ ਮਰਜ਼ੀ ਵੱਧ ਤੋਂ ਵੱਧ ਲਗਾਈ ਜਾਓ ਇੱਕ ਦੂਜੇ ਦੇ ਖਿਲਾਫ, ਉਹ ਲਗਾ ਰਹੇ ਨੇ ਇੱਕ ਦੂਜੇ ਦੇ ਖਿਲਾਫ, ਤੇ ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ? ਨਾ ਤੁਸੀਂ ਕੁਝ ਕਰ ਸਕਦੇ ਹੋ, ਨਾ ਅਸੀਂ ਕੁਝ ਕਰ ਸਕਦੇ ਹਾਂ। ਲੋਕਾਂ ਦੇ ਹਿਸਾਬ ਦੇ ਨਾਲ ਮਾਰਿਆ ਬੇਅੰਤ ਕੌਰ ਨੇ, ਲੋਕਾਂ ਦੇ ਹਿਸਾਬ ਨਾਲ ਮਾਰਿਆ ਨਾ ਜੀ। ਉਹਨੂੰ ਬੇਅੰਤ ਕੌਰ ਨੂੰ ਫਾਹੇ ਤਾਂ ਨਹੀਂ ਲਾਇਆ ਸਕਦਾ ਅਗਰ ਲੋਕਾਂ ਸਿਰਫ ਜ਼ਬਾਨੀ ਗੱਲ ਕਰਨ ਨਾਲ। ਲੋਕਾਂ ਨੇ ਤਾਂ ਗੁਰੂਆਂ ਪੀਰਾਂ ਨੇ ਤਾਂ ਔਰਤ ਬਾਰੇ ਇੰਨੀ ਮਹਾਨਤਾ ਵਾਲੀ ਗੱਲਾਂ ਕੀਤੀਆਂ ਨੇ ਵੀ ਉਹਨਾਂ ਉਹੀ ਸਾਡੀ ਮਾਂ ਵੀ ਹੈ, ਉਹੀ ਸਾਡੀ ਭੈਣ ਵੀ ਹੈ, ਉਹੀ ਸਾਡੀ ਜੰਨੀ ਹੈ, ਉਹੀ ਸਾਰਾ ਸਭ ਕੁਝ। ਹਾਂ, ਸੋ ਕਿਉਂ ਮੰਦਾ ਆਖੀਏ। ਤੇ ਉਰੇ ਉਹਨੂੰ ਬਾਈ ਨੇਮ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਬੇਅੰਤ ਕੌਰ ਨੂੰ। ਪੜ੍ਹਿਆ ਲਿਖਿਆ ਮੈਂ ਇੱਕ ਵਕੀਲ, ਸੀਨੀਅਰ ਵਕੀਲ ਹੋਣ ਦੇ ਨਾਤੇ ਮੈਂ ਨਹੀਂ ਇਹ ਗੱਲ ਬਰਦਾਸ਼ਤ ਕਰ ਸਕਦਾ ਵੀ ਅਗਰ ਕਿਸੇ ਨੂੰ ਵੀ ਬਿਨਾਂ ਸੁਣੇ ਉਹਨੂੰ ਜਿਹੜੀ ਹੈ ਤੁਸੀਂ ਉਹਨੂੰ ਮੁਲਜ਼ਮ ਬਣਾ ਦਿਓ, ਉਹਨੂੰ ਦੋਸ਼ੀ ਠਹਿਰਾ ਕੇ ਉਹਦੀ ਵੀਡੀਓ ਟ੍ਰਾਇਲ ਕਰ ਦਿਓ। ਪਰ ਕਾਨੂੰਨ ਜੋ ਵੀ ਫੈਸਲਾ ਸੁਣਾਏਗਾ, ਗਲਤੀ ਜਿਹਦੀ ਵੀ ਹੋਏਗੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਸਜ਼ਾ ਬਿਲਕੁਲ ਜ਼ਰੂਰ ਮਿਲਣੀ ਚਾਹੀਦੀ ਹੈ ਜੀ। ਕਿਸੇ ਦੀ ਵੀ ਗਲਤੀ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ। ਕਿਉਂਕਿ ਜਿਹੜਾ ਲਵਪ੍ਰੀਤ ਦੀ ਫੈਮਿਲੀ ਹੈ, ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ, ਇਹਨਾਂ ਨਾਲ ਕੋਈ ਪਿਆਰ ਨਹੀਂ, ਨਾ ਕੋਈ ਮੇਰੇ ਰਿਸ਼ਤੇਦਾਰ ਨੇ, ਨਾ ਮੇਰੇ ਕਲਾਇੰਟ ਨੇ, ਦੋਨੇ ਨਹੀਂ ਹੈ। ਸਾਡੇ ਕੋਲ ਜਿਹੜੀ ਪਾਰਟੀ ਪਹਿਲਾਂ ਆ ਜਾਂਦੀ ਹੈ ਤਾਂ ਸਲਾਹ ਮਸ਼ਵਰਾ ਕੋਈ ਵੀ ਪਾਰਟੀ ਸਾਡੇ ਕੋਲ ਆ ਕੇ ਕਰ ਸਕਦੀ ਹੈ। ਹੁਣ ਤੱਕ ਤੁਹਾਡੀ ਸਟੱਡੀ ਦੇ ਹਿਸਾਬ ਦੇ ਨਾਲ, ਜੋ ਕਾਗਜ਼ ਤੁਹਾਡੇ ਕੋਲ ਪਏ ਨੇ, ਉਸ ਹਿਸਾਬ ਦੇ ਨਾਲ ਤੁਹਾਨੂੰ ਬੇਅੰਤ ਠੀਕ ਲੱਗ ਰਹੀ ਹੈ? ਮੇਰੇ ਜੋ ਡਾਕੂਮੈਂਟਸ ਜੋ ਦੇਖੇ, ਜੋ ਪੱਖ ਮੇਰੇ ਸਾਹਮਣੇ ਆਇਆ, ਜੋ ਮੈਂ ਡਾਕੂਮੈਂਟ ਸਟੱਡੀ ਕੀਤੇ ਨੇ, ਜੋ ਲਾਅ ਦੀ ਜੋ ਇੰਟਰਪ੍ਰੀਟੇਸ਼ਨ ਹੈਗੀ ਹੈ, ਉਹਦੇ ਮੁਤਾਬਕ ਤਾਂ ਬੇਅੰਤ ਕੌਰ ਮੈਨੂੰ ਬਿਲਕੁਲ ਸਹੀ ਲੱਗ ਰਹੀ ਹੈ। ਇਹ ਬੇਅੰਤ ਕੌਰ ਦਾ ਕਿਤੇ ਫਾਲਟ ਹੀ ਨਹੀਂ, ਉਹਨੂੰ ਵਿਕਟਮ ਬਣਾਇਆ ਜਾ ਰਿਹਾ, ਰਾਦਰ ਬਲੀ ਦਾ ਬੱਕਰਾ ਉਹਨੂੰ ਬਣਾਇਆ ਜਾ ਰਿਹਾ। ਜੋ ਮੇਰੀ ਜੋ ਮੈਂ ਆਪਣੀ ਲੀਗਲ ਨੌਲੇਜ ਦੀ ਗੱਲ ਕਰ ਰਿਹਾ, ਜੋ ਡਾਕੂਮੈਂਟਸ ਮੇਰੇ ਸਾਹਮਣੇ ਨੇ। ਜਿਹੜਾ ਪੀੜਤ ਪਰਿਵਾਰ ਹੈ, ਜਿਨ੍ਹਾਂ ਦਾ ਬੱਚਾ ਚਲਾ ਗਿਆ, ਉਹਦਾ ਪੱਖ ਵੀ ਉਹ ਸਾਬਤ ਕਰਨਗੇ ਨਾ।
ਉਹ ਸਾਬਤ ਕਰਨ ਕੋਰਟ ਦੇ ਵਿੱਚ ਜਾ ਕੇ ਉਹ ਇਸ ਵੀ ਹਾਂ ਇਸ ਜਿਹੜੀ ਉਹਦੀ ਮੌਤ ਦੇ ਇਸ ਤਰ੍ਹਾਂ ਦੇ ਕਾਰਨ ਜਿਹੜੇ ਬਣਿਆ ਉਹ ਬੇਅੰਤ ਕੌਰ ਹੀ ਸੀ, ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਵੀ ਮਰਨ ਤੋਂ ਇਲਾਵਾ। ਅੱਜ ਕੱਲ੍ਹ ਲੋਕਾਂ ਦੇ ਹੁਣ ਪੈਸਿਆਂ ਦੇ ਲੈਣ ਦੇਣ ਦੇ ਝਗੜੇ ਹੁੰਦੇ ਨੇ, ਕਰੋੜਾਂ ਰੁਪਏ ਦੇ ਲੋਕ ਪਲਾਟਾਂ ਦਾ ਸੌਦੇ ਕਰ ਦਿੰਦੇ ਨੇ, ਨਹੀਂ ਰਜਿਸਟਰੀਆਂ ਹੁੰਦੀਆਂ ਤਾਂ ਲੋਕ ਸੁਸਾਈਡ ਕਰ ਲੈਣ। ਹਸਬੈਂਡ ਵਾਈਫ ਦੇ ਮਾੜੀ ਮਾੜੀ ਤੂੰ ਮੈਂ 100 ਵਾਰੀ ਹੁੰਦੀ ਹੈ, ਹਰ ਇੱਕ ਫੈਮਿਲੀ 'ਚ ਹੁੰਦੀ ਹੈ, ਤਾਂ ਕਿ ਦੋਨੋਂ ਸਪਾਊਸਿਸ ਦੇ ਵਿੱਚ ਕੋਈ ਸੁਸਾਈਡ ਕਰ ਲੇ। ਸੁਸਾਈਡ ਤਾਂ ਉਦੋਂ ਹੁੰਦਾ ਵੀ ਜਦੋਂ ਹੋਰ ਬੰਦੇ ਦੇ ਜ਼ਿੰਦਗੀ ਦਾ ਕੋਈ ਰਸਤਾ ਹੀ ਨਾ ਬਚੇ, ਬੰਦਾ ਕਹੇ ਵੀ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ, ਸੁਸਾਈਡ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਐਸੇ ਹਾਲਾਤ ਪੈਦਾ ਹੋ ਗਏ ਨੇ ਕਿ ਐਸੇ ਕੋਈ ਅਗਰ ਹਾਲਤ ਲੈ ਕੇ ਆਉਣਗੇ ਤਾਂ ਫਿਰ ਬੇਅੰਤ ਕੌਰ ਨੂੰ ਕੋਈ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਸਪੇਅਰ ਨਹੀਂ ਕਰੇਗਾ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਕਾਨੂੰਨ ਦਾ ਸਹਾਰਾ ਹੁਣ ਲਿਆ ਜਾ ਰਿਹਾ ਹੈ ਤੇ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦੀ ਵੀ ਗਲਤੀ ਹੋਵੇਗੀ ਉਸ ਨੂੰ ਸਜ਼ਾ ਦਿੱਤੀ ਜਾਏਗੀ। ਗਲਤੀ ਭਾਵੇਂ ਬੇਅੰਤ ਕੌਰ ਦੀ ਹੋਵੇ ਭਾਵੇਂ ਨਾ ਹੋਵੇ, ਤੇ ਪਰ ਕਾਨੂੰਨ ਦਾ ਸਹਾਰਾ ਕਿਉਂਕਿ ਲਿਆ ਜਾ ਰਿਹਾ ਹੈ, ਕਿਉਂਕਿ ਕੁਝ ਕਾਗਜ਼ਾਤ ਬੇਅੰਤ ਦੇ ਪਰਿਵਾਰ ਨੇ ਵਕੀਲ ਸਾਹਿਬ ਨੂੰ ਥਮਾ ਦਿੱਤੇ ਨੇ ਤੇ ਕੁਝ ਕਾਗਜ਼ਾਤ ਲਵਪ੍ਰੀਤ ਦਾ ਪਰਿਵਾਰ ਲੈ ਕੇ ਬੈਠਾ ਹੋਇਆ। ਆਉਣ ਵਾਲਾ ਸਮਾਂ ਕੀ ਦੱਸਦਾ ਹੈ, ਕਾਨੂੰਨ ਕੀ ਫੈਸਲਾ ਕਰਦਾ ਹੈ, ਇਹ ਦੇਖਣਾ ਬਣਦਾ ਹੈ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਸੰਗਰੂਰ।